ਪਿਆਰੇ ਬੱਚਿਓ, ਅੱਜ ਇਸ ਵੀਡੀਓ ਦੇ ਵਿੱਚ ਅਸੀਂ 10ਵੀਂ ਕਲਾਸ ਦੀ ਸਵਾਗਤ ਜ਼ਿੰਦਗੀ ਵਿਸ਼ੇ ਦੇ ਜੋ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਹਨ ਪੜਾਂਗੇ। ਸਭ ਤੋਂ ਪਹਿਲਾਂ ਹੈ ਪਾਠ ਨੰਬਰ 1 ਸਵੈ ਚੇਤਨਾ ਅਤੇ ਸਵੈ ਅਨੁਸ਼ਾਸਨ। ਪਿਆਰੇ ਬੱਚਿਓ, ਸਭ ਤੋਂ ਪਹਿਲਾਂ ਹੈ ਅਭਿਆਸ 1 ਜਿਸ ਦੇ ਵਿੱਚ ਅਸੀਂ ਠੀਕ ਗੱਲ ਚੁਣਨੇ ਹਨ। ਇਹਨਾਂ ਦੇ ਵਿੱਚ ਨੰਬਰ 1 ਤੇ ਹੈ ਵਾਰ-ਵਾਰ ਕੀਤਾ ਅਭਿਆਸ ਹੁਨਰ ਨੂੰ ਨਿਖਾਰ ਦਿੰਦਾ ਹੈ। ਇਹ ਸਹੀ ਹੈ। ਰਿਆਜ਼ ਨਾਲ ਗਾਇਨ ਕਲਾ ਨਿਖਾਰੀ ਜਾ ਸਕਦੀ ਹੈ। ਇਹ ਵੀ ਬਿਲਕੁਲ ਸਹੀ ਹੈ। ਹੁਨਰ ਜਨਮ ਤੋਂ ਹੀ ਕਿਸਮਤ ਵਾਲੇ ਲੋਕਾਂ ਨੂੰ ਮਿਲਦਾ ਹੈ। ਇਹ ਗਲਤ ਹੈ। ਪ੍ਰਤਿਭਾ ਨੂੰ ਤਰਾਸ਼ਣ ਲਈ ਸਿਖਲਾਈ ਵੀ ਲੈਣੀ ਚਾਹੀਦੀ ਹੈ। ਇਹ ਸਹੀ ਹੈ। ਬੱਚਿਓ, ਆਓ ਅਸੀਂ ਹੁਣ ਅਭਿਆਸ ਨੰਬਰ 2 ਕਰੀਏ। ਜਰਾ ਸੋਚੋ ਅਤੇ ਦੱਸੋ, ਚੰਗੇ ਕੈਰੀਅਰ ਦੀ ਚੋਣ ਕਿਸ ਉੱਤੇ ਨਿਰਭਰ ਕਰਦੀ ਹੈ। ਪਿਆਰੇ ਬੱਚਿਓ, ਚੰਗੇ ਕੈਰੀਅਰ ਦੀ ਚੋਣ ਵਿਅਕਤੀ ਦੇ ਆਪਣੇ ਰੁਝਾਨ ਉੱਤੇ ਨਿਰਭਰ ਕਰਦੀ ਹੈ ਕਿ ਉਸ ਦਾ ਰੁਝਾਨ ਕਿਸ ਖੇਤਰ ਵਿੱਚ ਜ਼ਿਆਦਾ ਹੈ। ਜੇਕਰ ਵਿਅਕਤੀ ਅਜਿਹਾ ਕੈਰੀਅਰ ਚੁਣ ਲਵੇ ਜਿਹੜਾ ਉਸ ਨੂੰ ਪਸੰਦ ਨਹੀਂ ਹੈ ਤਾਂ ਉਹ ਕੈਰੀਅਰ ਉਸ ਨੂੰ ਚੰਗਾ ਨਹੀਂ ਹੋਵੇਗਾ। ਇਸ ਦੇ ਨਾਲ ਨਾਲ ਵਿਅਕਤੀ ਦੇ ਘਰ ਦੇ ਹਾਲਾਤ ਅਤੇ ਸਮੇਂ ਦੀ ਲੋੜ ਉੱਤੇ ਵੀ ਇਹ ਨਿਰਭਰ ਕਰਦਾ ਹੈ ਕਿ ਉਹ ਕਿਸ ਕੈਰੀਅਰ ਨੂੰ ਚੁਣੇ। ਸਾਡਾ ਦੂਸਰਾ ਪ੍ਰਸ਼ਨ ਹੈ, ਕੈਰੀਅਰ ਕਾਉਂਸਲਰ ਨੇ ਕਿੰਨੀ ਤਰ੍ਹਾਂ ਦੀ ਕਾਉਂਸਲਿੰਗ ਬਾਰੇ ਦੱਸਿਆ। ਪਿਆਰੇ ਬੱਚਿਓ, ਇਸ ਦਾ ਉੱਤਰ ਹੈ ਨਿੱਜੀ, ਪਰਸਨਲ ਕਾਉਂਸਲਿੰਗ, ਗਰੁੱਪ ਕਾਉਂਸਲਿੰਗ ਅਤੇ ਕਲਾਸ ਕਾਉਂਸਲਿੰਗ। ਸਾਡਾ ਤੀਸਰਾ ਪ੍ਰਸ਼ਨ ਹੈ, ਨਵਦੀਪ ਨੂੰ ਕਿਸ ਚੀਜ਼ ਦੀ ਖੁਸ਼ੀ ਸੀ। ਇਸ ਦਾ ਉੱਤਰ ਹੈ ਨਵਦੀਪ ਇਸ ਗੱਲ ਨੂੰ ਲੈ ਕੇ ਖੁਸ਼ ਹੋ ਰਿਹਾ ਸੀ ਕਿ ਹੁਣ ਸਕੂਲ ਵਿੱਚ ਵਧੀਆ ਕੰਮ ਹੋਣੇ ਸ਼ੁਰੂ ਹੋ ਗਏ ਹਨ, ਜਿਵੇਂ ਕਿ ਵਿਦਿਆਰਥੀਆਂ ਨੂੰ ਕੈਰੀਅਰ ਪ੍ਰਤੀ ਚੇਤਨ ਕਰਾਇਆ ਜਾ ਰਿਹਾ ਹੈ। ਸਾਡਾ ਚੌਥਾ ਪ੍ਰਸ਼ਨ ਹੈ, ਅਜਿਹੇ ਅਜੋਕੇ ਸਮੇਂ ਵਿੱਚ ਇੱਕ ਤੋਂ ਵਧੇਰੇ ਕੈਰੀਅਰ ਆਪਸ਼ਨ ਲੈ ਕੇ ਤੁਰਨਾ ਕਿਉਂ ਜ਼ਰੂਰੀ ਹੈ। ਪਿਆਰੇ ਬੱਚਿਓ, ਕਿਉਂਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵਿਅਕਤੀ ਦੀ ਰੁਚੀ ਉਸ ਕਿੱਤੇ ਵਿੱਚ ਖਤਮ ਹੀ ਹੋ ਜਾਵੇ, ਜਾਂ ਇਹ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਮਾਜ ਵਿੱਚ ਇੱਕ ਕੈਰੀਅਰ ਵਿਸ਼ੇਸ਼ ਦਾ ਮਹੱਤਵ ਹੀ ਖਤਮ ਹੋ ਜਾਵੇ। ਇਸ ਲਈ ਸਾਨੂੰ ਇੱਕ ਤੋਂ ਵਧੇਰੇ ਕੈਰੀਅਰ ਆਪਸ਼ਨ ਲੈ ਕੇ ਤੁਰਨਾ ਜ਼ਰੂਰੀ ਹੈ। ਸਾਡਾ ਪੰਜਵਾਂ ਪ੍ਰਸ਼ਨ ਹੈ, ਤੁਸੀਂ ਆਪਣੇ ਸਕੂਲਾਂ ਵਿੱਚ ਕਿਹੜੀਆਂ-ਕਿਹੜੀਆਂ ਚੰਗੀਆਂ ਗੱਲਾਂ ਨੋਟ ਕਰ ਰਹੇ ਹੋ। ਇਸ ਦਾ ਉੱਤਰ ਹੈ, ਸਾਡੇ ਸਕੂਲ ਵਿੱਚ ਵਿਦਿਆਰਥੀਆਂ ਦੇ ਚੌਪੱਖੀ ਵਿਕਾਸ ਵੱਲ ਧਿਆਨ ਦਿੱਤਾ ਜਾਂਦਾ ਹੈ। ਵਿਦਿਆਰਥੀਆਂ ਨੂੰ ਭਵਿੱਖ ਵਿੱਚ ਕੈਰੀਅਰ ਚੁਣਨ ਲਈ ਅੱਡ-ਅੱਡ ਆਪਸ਼ਨਾਂ ਬਾਰੇ ਦੱਸਿਆ ਜਾਂਦਾ ਹੈ। ਵਿਦਿਆਰਥੀਆਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਸਿਰਫ ਇੱਕ ਕੈਰੀਅਰ ਬਾਰੇ ਨਾ ਸੋਚਣ, ਬਲਕਿ ਘੱਟ ਤੋਂ ਘੱਟ 3 ਆਪਸ਼ਨਾਂ ਬਾਰੇ ਸੋਚਣ। ਸਕੂਲ ਦੇ ਟੀਚਰ ਬੱਚਿਆਂ ਨੂੰ ਚੰਗੇ ਸੰਬੰਧ ਰੱਖਦੇ ਹਨ ਅਤੇ ਸਮੇਂ-ਸਮੇਂ ਉਹਨਾਂ ਨੂੰ ਕਾਉਂਸਲਿੰਗ ਕਰਦੇ ਰਹਿੰਦੇ ਹਨ। ਸਾਡਾ 6ਵਾਂ ਪ੍ਰਸ਼ਨ ਹੈ, ਮਨੀਸ਼ਾ ਵਿੱਚ ਤੁਹਾਨੂੰ ਕਿਹੜਾ ਗੁਣ ਨਜ਼ਰ ਆਇਆ ਹੈ। ਇਸ ਦਾ ਉੱਤਰ ਹੈ, ਮਨੀਸ਼ਾ ਵਿੱਚ ਸਾਨੂੰ ਜਾਣਨ ਦਾ ਗੁਣ ਨਜ਼ਰ ਆਇਆ ਹੈ। ਉਹ ਜਾਣਨਾ ਚਾਹੁੰਦੀ ਸੀ ਕਿ ਬੱਚਿਆਂ ਨੂੰ 3 ਪਸੰਦਾਂ ਫਾਰਮ ਵਿੱਚ ਭਰਨ ਲਈ ਕਿਉਂ ਕਹੀਆਂ ਗਈਆਂ। ਇਹ ਗੁਣ ਹਰੇਕ ਬੱਚੇ ਵਿੱਚ ਹੋਣਾ ਚਾਹੀਦਾ ਹੈ ਕਿ ਕੋਈ ਕੰਮ ਕਰਨਾ ਹੈ ਤਾਂ ਕਿਉਂ ਕਰਨਾ ਹੈ। ਇਸ ਦਾ ਇਹ ਲਾਭ ਹੈ ਕਿ ਬੱਚੇ ਵਿੱਚ ਤਰਕਸ਼ੀਲ ਵਿਵੇਚਨਾ ਕਰਨ ਦਾ ਗੁਣ ਪੈਦਾ ਹੋ ਜਾਂਦਾ ਹੈ। ਪਿਆਰੇ ਬੱਚਿਓ, ਇਹ ਸੀ ਪਾਠ ਨੰਬਰ 1। ਆਓ ਅਸੀਂ ਹੁਣ ਪਾਠ ਨੰਬਰ 2 ਦੇ ਪ੍ਰਸ਼ਨ ਉੱਤਰ ਕਰੀਏ। ਸਾਡਾ ਪਾਠ ਨੰਬਰ 2 ਹੈ ਤਰਕਸੰਗਤ ਸੋਚ। ਸਭ ਤੋਂ ਪਹਿਲਾਂ ਇਸ ਦੇ ਵਿੱਚ MCQ ਹਨ। ਇਸ ਦਾ ਪਹਿਲਾ ਪ੍ਰਸ਼ਨ ਹੈ, ਪੰਜਾਬ ਦਾ ਦੂਸਰਾ ਭਾਗ ਕਿੱਥੇ ਸਥਿਤ ਹੈ। ਇਸ ਦਾ ਉੱਤਰ ਹੈ ਪਾਕਿਸਤਾਨ। ਪੰਜਾਬ ਦੇ ਵਿਧਾਨ ਸਭਾ ਹਲਕੇ ਕਿੰਨੇ ਹਨ। ਇਸ ਦਾ ਉੱਤਰ ਹੈ 117। ਤੀਸਰਾ ਪ੍ਰਸ਼ਨ ਹੈ, ਪੰਜਾਬ ਦੇ ਸੰਸਦੀ ਹਲਕੇ ਕਿੰਨੇ ਹਨ। ਇਸ ਦਾ ਉੱਤਰ ਹੈ 13। ਚੌਥਾ ਪ੍ਰਸ਼ਨ ਹੈ, ਯੂਨਾਨੀ ਲੋਕ ਪੰਜਾਬ ਨੂੰ ਕਿਹੜੇ ਨਾਮ ਨਾਲ ਜਾਣਦੇ ਸਨ। ਇਸ ਦਾ ਉੱਤਰ ਹੈ ਪੈਂਟਾਪੋਟਾਮੀਆ। ਪਿਆਰੇ ਬੱਚਿਓ, ਪੰਜਵਾਂ ਪ੍ਰਸ਼ਨ ਹੈ, ਦੁਨੀਆ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਪੰਜਾਬ ਨਾਲ ਸੰਬੰਧ ਹੈ। ਇਸ ਦਾ ਉੱਤਰ ਹੈ ਤਰਕਸ਼ਿਲਾ ਯੂਨੀਵਰਸਿਟੀ। ਆਓ ਅਸੀਂ ਹੁਣ ਵਰਕਸ਼ੀਟ ਲਈ ਪ੍ਰਸ਼ਨ ਉੱਤਰ ਕਰੀਏ। ਨੰਬਰ 1 ਤੇ ਪ੍ਰਸ਼ਨ ਹੈ, ਸੰਦੀਪ ਦੇ ਮਨ ਵਿੱਚ ਕਿਹੜਾ ਗਲਤ ਧਾਰਨਾ ਸੀ। ਇਸ ਦਾ ਉੱਤਰ ਹੈ, ਸੰਦੀਪ ਦੇ ਮਨ ਵਿੱਚ ਇਹ ਗਲਤ ਧਾਰਨਾ ਬੈਠੀ ਹੋਈ ਸੀ ਕਿ ਪ੍ਰੋਡਕਟ ਅਤੇ ਟੌਨਿਕ ਖਾਣ ਨਾਲ ਸਰੀਰ ਤਾਕਤ ਵੱਧ ਜਾਂਦੀ ਹੈ ਅਤੇ ਖਿਡਾਰੀਆਂ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹਨ। ਉਹ ਮਿਹਨਤ ਨੂੰ ਤਰਜੀਹ ਨਾ ਦੇ ਕੇ ਦਵਾਈਆਂ ਅਤੇ ਟੌਨਿਕ ਖਾਣ ਨੂੰ ਤਰਜੀਹ ਦੇ ਰਿਹਾ ਸੀ, ਜੋ ਕਿ ਗਲਤ ਹੈ। ਸਾਡਾ ਦੂਸਰਾ ਪ੍ਰਸ਼ਨ ਹੈ, ਮੈਡਮ ਨੇ ਜਵਾਨ ਲੜਕੀਆਂ ਨੂੰ ਕੀ ਸਮਝਾਇਆ। ਇਸ ਦਾ ਉੱਤਰ ਹੈ, ਮੈਡਮ ਨੇ ਜਵਾਨ ਲੜਕੀਆਂ ਨੂੰ ਸਮਝਾਇਆ ਕਿ ਆਪਣੇ ਮਨ ਵਿੱਚ ਗਲਤ ਧਾਰਨਾਵਾਂ ਨਹੀਂ ਪਾਲਣੀਆਂ ਚਾਹੀਦੀਆਂ। ਕਈ ਲੋਕ ਵਧੀਆ ਸਰੀਰ ਵਿਖਾਉਣ ਲਈ ਦਵਾਈਆਂ ਦਾ ਪ੍ਰਯੋਗ ਕਰਦੇ ਹਨ, ਜੋ ਕਿ ਗਲਤ ਹੈ। ਬੱਚੇ,
ਸੋਸ਼ਲ ਮੀਡੀਆ ਉੱਤੇ ਮੌਜੂਦਾ ਵਿਗਿਆਪਨਾਂ ਦੇ ਜਾਲ ਵਿੱਚ ਫਸ ਜਾਂਦੇ ਹਨ। ਸਾਨੂੰ ਇਹਨਾਂ ਇਸ਼ਤਿਹਾਰਾਂ ਜਾਂ ਵਿਗਿਆਪਨਾਂ ਦੇ ਜਾਲ ਵਿੱਚ ਫਸਣ ਤੋਂ ਪਹਿਲਾਂ ਆਪ ਤਰਕ ਲਾ ਕੇ ਸੋਚਣਾ ਚਾਹੀਦਾ ਹੈ। ਇਹਨਾਂ ਦਵਾਈਆਂ ਨੂੰ ਖਾਣ ਦੀ ਬਜਾਏ ਸਾਨੂੰ ਮਿਹਨਤ ਅਤੇ ਦੇਸੀ ਖੁਰਾਕ ਉੱਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ। ਮੈਡਮ ਨੇ ਲੜਕੀਆਂ ਨੂੰ ਦੱਸਿਆ ਕਿ ਸਾਡੇ ਕੋਲ ਕਈ ਉਦਾਹਰਨਾਂ ਹਨ ਜਿੱਥੇ ਸਧਾਰਨ ਪਰਿਵਾਰਾਂ ਤੋਂ ਉੱਠ ਕੇ ਕਈ ਖਿਡਾਰੀਆਂ ਨੇ ਮਿਹਨਤ ਅਤੇ ਦੇਸੀ ਖੁਰਾਕ ਦੀ ਮਦਦ ਨਾਲ ਉੱਚੇ ਮੁਕਾਮ ਹਾਸਲ ਕੀਤੇ ਹਨ। ਪਿਆਰੇ ਬੱਚਿਓ, ਸਾਡਾ ਪ੍ਰਸ਼ਨ ਨੰਬਰ 3 ਹੈ, ਪ੍ਰਿੰਟ ਮੀਡੀਆ ਅਤੇ ਸੋਸ਼ਲ ਮੀਡੀਆ ਦੇਖਦੇ ਸਮੇਂ ਕਿਹੜੀ ਚੀਜ਼ ਦਾ ਧਿਆਨ ਰੱਖਣਾ ਜ਼ਰੂਰੀ ਹੈ? ਇਸ ਦਾ ਉੱਤਰ ਹੈ, ਪ੍ਰਿੰਟ ਮੀਡੀਆ ਅਤੇ ਸੋਸ਼ਲ ਮੀਡੀਆ ਉੱਤੇ ਕੰਪਨੀਆਂ ਆਪਣੇ ਉਤਪਾਦ ਵੇਚਣ ਲਈ ਵਿਗਿਆਪਨ ਦਿੰਦੀਆਂ ਹਨ। ਇਸ ਪ੍ਰਕਾਰ ਦੇ ਵਿਗਿਆਪਨ ਕਿਸੇ ਟੀਵੀ ਚੈਨਲ ਦਾ ਹਿੱਸਾ ਨਹੀਂ ਹੁੰਦੇ ਅਤੇ ਇਹਨਾਂ ਉੱਤੇ ਲਿਖਿਆ ਹੁੰਦਾ ਹੈ ਕਿ ਇਹ ਕੰਪਨੀ ਦਾ ਵਿਗਿਆਪਨ ਹੈ। ਇਸ ਲਈ ਇਹਨਾਂ ਨੂੰ ਖਰੀਦਣ ਅਤੇ ਇਹਨਾਂ ਦੇ ਜਾਲ ਵਿੱਚ ਫਸਣ ਤੋਂ ਪਹਿਲਾਂ ਸਾਨੂੰ ਇਹਨਾਂ ਦੀ ਸੱਚਾਈ ਦਾ ਪਤਾ ਕਰਨਾ ਚਾਹੀਦਾ ਹੈ। ਸਾਨੂੰ ਤਰਕ ਦੇ ਆਧਾਰ ਉੱਤੇ ਹੀ ਸੋਚਣਾ ਚਾਹੀਦਾ ਹੈ ਕਿ ਇਹ ਸੰਭਵ ਹੈ। ਜੇਕਰ ਨਹੀਂ ਤਾਂ ਸਾਨੂੰ ਉਹ ਚੀਜ਼ ਖਰੀਦਣੀ ਨਹੀਂ ਚਾਹੀਦੀ ਹੈ। ਪਿਆਰੇ ਬੱਚਿਓ, ਸਾਡਾ ਪ੍ਰਸ਼ਨ ਨੰਬਰ 4 ਹੈ, ਅਸੀਂ ਗਲਤ ਧਾਰਨਾਵਾਂ ਤੋਂ ਕਿਵੇਂ ਛੁਟਕਾਰਾ ਹਾਸਲ ਕਰ ਸਕਦੇ ਹਾਂ? ਇਸ ਦਾ ਉੱਤਰ ਹੈ, ਸਾਨੂੰ ਹਰੇਕ ਚੀਜ਼ ਤਰਕ ਦੇ ਆਧਾਰ ਉੱਤੇ ਰੱਖ ਕੇ ਸੋਚਣੀ ਚਾਹੀਦੀ ਹੈ ਕਿ ਇਹ ਠੀਕ ਹੈ ਜਾਂ ਗਲਤ ਹੈ। ਸਾਨੂੰ ਹੋਰ ਵਿਅਕਤੀਆਂ ਨਾਲ ਵੀ ਗੱਲ ਕਰਕੇ ਵੇਖਣੀ ਚਾਹੀਦੀ ਹੈ। ਜੇਕਰ ਤਰਕ ਅਤੇ ਹੋਰਾਂ ਦੇ ਵਿਚਾਰ ਮਿਲਦੇ ਹੋਣ ਤਾਂ ਸਾਨੂੰ ਆਪਣੇ ਵਿੱਚੋਂ ਗਲਤ ਧਾਰਨਾ ਨੂੰ ਕੱਢ ਦੇਣਾ ਚਾਹੀਦਾ ਹੈ ਅਤੇ ਤਰਕ ਨੂੰ ਸਹੀ ਮੰਨ ਲੈਣਾ ਚਾਹੀਦਾ ਹੈ। ਪਿਆਰੇ ਬੱਚਿਓ, ਅਸੀਂ ਹੁਣ ਦੂਜੇ ਪਾਠ ਦੇ ਪ੍ਰਸ਼ਨ ਉੱਤਰ ਵੀ ਕਰ ਲਏ ਹਨ। ਆਓ ਅਸੀਂ ਹੁਣ ਪਾਠ ਨੰਬਰ 3 ਦੇ ਪ੍ਰਸ਼ਨ ਉੱਤਰ ਡਿਸਕਸ ਕਰੀਏ। ਸਾਡਾ ਪਾਠ ਨੰਬਰ 3 ਹੈ, ਆਪਸੀ ਰਿਸ਼ਤੇ। ਪਿਆਰੇ ਬੱਚਿਓ, ਇਸ ਦਾ ਅਭਿਆਸ ਦਾ ਪ੍ਰਸ਼ਨ ਨੰਬਰ 1 ਹੈ, ਤੁਸੀਂ ਇਹ ਨਾਟਕ ਵੇਖ ਕੇ ਕੀ ਮਹਿਸੂਸ ਕੀਤਾ? ਇਸ ਦਾ ਉੱਤਰ ਹੈ, ਅਸੀਂ ਨਾਟਕ ਵੇਖ ਕੇ ਇਹ ਮਹਿਸੂਸ ਕੀਤਾ ਕਿ ਸਾਨੂੰ ਆਪਣੇ ਬਜ਼ੁਰਗਾਂ ਨਾਲ ਗਲਤ ਵਿਵਹਾਰ ਨਹੀਂ ਕਰਨਾ ਚਾਹੀਦਾ, ਬਲਕਿ ਉਹਨਾਂ ਨਾਲ ਚੰਗਾ ਵਿਵਹਾਰ ਕਰਨਾ ਚਾਹੀਦਾ ਹੈ। ਜਦੋਂ ਅਸੀਂ ਬੱਚੇ ਸੀ, ਉਹਨਾਂ ਨੇ ਸਾਨੂੰ ਬੜੇ ਪਿਆਰ ਨਾਲ ਪਾਲਿਆ ਅਤੇ ਜਦੋਂ ਉਹ ਉਮਰ ਦੇ ਇਸ ਪੜਾਅ ਉੱਤੇ ਪਹੁੰਚ ਚੁੱਕੇ ਹਨ ਕਿ ਉਹ ਕੁਝ ਨਹੀਂ ਕਰ ਸਕਦੇ, ਤਾਂ ਸਾਨੂੰ ਉਹਨਾਂ ਤੋਂ ਮੂੰਹ ਨਹੀਂ ਫੇਰਨਾ ਚਾਹੀਦਾ, ਬਲਕਿ ਉਹਨਾਂ ਦੀ ਤਰ੍ਹਾਂ ਉਸੇ ਤਰ੍ਹਾਂ ਪਿਆਰ ਨਾਲ ਸੇਵਾ ਕਰਨੀ ਚਾਹੀਦੀ ਹੈ। ਇਸ ਨਾਲ ਸਾਨੂੰ ਉਹਨਾਂ ਦੀ ਅਸ਼ੀਸ਼ ਪ੍ਰਾਪਤ ਹੁੰਦੀ ਹੈ ਅਤੇ ਸਾਨੂੰ ਬੱਚਿਆਂ ਨੂੰ ਵੀ ਪ੍ਰੇਰਨਾ ਮਿਲਦੀ ਹੈ ਕਿ ਬਜ਼ੁਰਗਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਹੈ। ਸਾਡਾ ਪ੍ਰਸ਼ਨ ਨੰਬਰ 2 ਹੈ, ਤੁਸੀਂ ਬਜ਼ੁਰਗਾਂ ਦੀ ਦੇਖਭਾਲ ਕਿਵੇਂ ਕਰਦੇ ਹੋ? ਇਸ ਦਾ ਉੱਤਰ ਹੈ, ਅਸੀਂ ਆਪਣੇ ਬਜ਼ੁਰਗਾਂ ਨਾਲ ਗਲਤ ਵਿਵਹਾਰ ਨਹੀਂ ਕਰਦੇ, ਬਲਕਿ ਪਿਆਰ ਨਾਲ ਗੱਲ ਕਰਦੇ ਹਾਂ। ਇਸ ਨਾਲ ਉਹ ਚਾਹੇ ਕਿੰਨੀ ਵੀ ਮੁਸ਼ਕਿਲ ਵਿੱਚ ਹੋਣ, ਖੁਸ਼ ਹੋ ਜਾਂਦੇ ਹਨ। ਅਸੀਂ ਉਹਨਾਂ ਨੂੰ ਪਿਆਰ ਨਾਲ ਖਾਣਾ ਦਿੰਦੇ ਹਾਂ ਤਾਂ ਜੋ ਉਹ ਆਪਣੇ ਆਪ ਨੂੰ ਅੱਡ ਮਹਿਸੂਸ ਨਾ ਕਰਨ। ਅਸੀਂ ਆਪਣੇ ਬਜ਼ੁਰਗਾਂ ਨਾਲ ਪਿਆਰ ਨਾਲ ਬੈਠਦੇ ਹਾਂ, ਉਹਨਾਂ ਦੇ ਜੀਵਨ ਦੇ ਤਜਰਬੇ ਸੁਣਦੇ ਹਾਂ ਤਾਂ ਕਿ ਜੀਵਨ ਵਿੱਚ ਉਹ ਗਲਤੀ ਨਾ ਕਰੀਏ ਜਿਹੜੀ ਸ਼ਾਇਦ ਉਹਨਾਂ ਨੇ ਕੀਤੀ ਹੋਵੇ। ਕਦੀ-ਕਦੀ ਅਸੀਂ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰਦੇ ਹਾਂ ਤਾਂ ਕਿ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਾ ਕਰਨ। ਪਿਆਰੇ ਬੱਚਿਓ, ਸਾਡਾ ਪ੍ਰਸ਼ਨ ਨੰਬਰ 3 ਹੈ, ਨਾਟਕ ਦਾ ਕਿਹੜਾ ਪਾਤਰ ਤੁਹਾਨੂੰ ਸਭ ਤੋਂ ਵੱਧ ਸਹਿਣਸ਼ੀਲ ਜਾਪਦਾ ਹੈ? ਇਸ ਦਾ ਉੱਤਰ ਹੈ, ਇਸ ਨਾਟਕ ਵਿੱਚ ਸਾਨੂੰ ਸਭ ਤੋਂ ਵੱਧ ਸਹਿਣਸ਼ੀਲ ਪਾਤਰ ਦਾਦੀ ਦਾ ਪੋਤਾ ਰਿਤਿੰਬਰ ਜਾਪਦਾ ਹੈ। ਇਸ ਦਾ ਕਾਰਨ ਇਹ ਹੈ ਕਿ ਉਸਦਾ ਆਪਣੀ ਦਾਦੀ ਨਾਲ ਬਹੁਤ ਪਿਆਰ ਹੈ ਅਤੇ ਚਾਹ ਕੇ ਵੀ ਉਹ ਆਪਣੀ ਦਾਦੀ ਲਈ ਕੁਝ ਨਹੀਂ ਕਰ ਪਾ ਰਿਹਾ। ਉਹ ਵੇਖੀ ਜਾਂਦਾ ਹੈ ਕਿ ਉਸਦੀ ਮਾਂ ਸਿਮਰਨ ਅਤੇ ਪਿਤਾ ਕਰਨਵੀਰ ਉਸਦੀ ਦਾਦੀ ਨਾਲ ਦੁਰਵਿਵਹਾਰ ਕਰਦੇ ਹਨ। ਉਹ ਕਈ ਵਾਰੀ ਵਿਰੋਧ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਪਰ ਕੁਝ ਨਹੀਂ ਕਰ ਸਕਦਾ। ਉਸਦੀ ਦਾਦੀ ਨੂੰ ਬਿਰਧ ਆਸ਼ਰਮ ਵਿੱਚ ਛੱਡ ਦਿੱਤਾ ਜਾਂਦਾ ਹੈ ਪਰ ਉਹ ਕੁਝ ਨਹੀਂ ਕਰ ਪਾਉਂਦਾ। ਉਸ ਕੋਲ ਹੋਰ ਕੋਈ ਚਾਰਾ ਨਹੀਂ ਹੈ ਸਹਿਣਸ਼ੀਲਤਾ ਵਿਖਾਉਣ ਤੋਂ ਇਲਾਵਾ। ਪਿਆਰੇ ਬੱਚਿਓ, ਪ੍ਰਸ਼ਨ ਨੰਬਰ 4 ਹੈ, ਨਾਟਕ ਦੇ ਪਾਤਰਾਂ ਬਾਰੇ ਆਪਣੀ ਰਾਏ ਦਿਓ। ਜਿਸ ਦੇ ਵਿੱਚ ਨੰਬਰ 1 ਤੇ ਹੈ ਦਾਦੀ। ਇਸ ਨਾਟਕ ਦੀ ਸਭ ਤੋਂ ਵਧੀਆ ਪਾਤਰ ਦਾਦੀ ਵਿਖਾਈ ਗਈ ਹੈ ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਕਰਨਵੀਰ ਉਸਦਾ ਅਸਲੀ ਪੁੱਤਰ ਨਹੀਂ ਬਲਕਿ ਗੋਦ ਲਿਆ ਪੁੱਤਰ ਹੈ, ਪਰ ਫਿਰ ਵੀ ਉਹ ਉਸ ਨੂੰ ਕੁਝ ਨਹੀਂ ਕਹਿੰਦੀ ਬਲਕਿ ਉਹ ਆਪਣੇ ਕਰਨਵੀਰ ਨੂੰ ਕਹਿੰਦੀ ਹੈ ਕਿ ਉਸ ਨੂੰ ਬਿਰਧ ਆਸ਼ਰਮ ਛੱਡ ਆਵੇ। ਇਸ ਨਾਲ ਘਰ ਵਿੱਚ ਚੱਲਦੀ ਰੋਜ਼-ਰੋਜ਼ ਦੀ ਲੜਾਈ ਬੰਦ ਹੋ ਜਾਵੇਗੀ। ਉਹ ਬਿਰਧ ਆਸ਼ਰਮ ਵਿੱਚ ਗਰਮੀ ਵਿੱਚ ਰਹਿੰਦੀ ਹੈ ਪਰ ਆਪਣੇ ਪੁੱਤਰ ਨੂੰ ਬੁਲਾ ਕੇ ਕਹਿੰਦੀ ਹੈ ਕਿ ਉਹ ਆਸ਼ਰਮ ਵਿੱਚ 2 ਪੱਖੇ ਲਵਾ ਦੇਵੇ ਤਾਂ ਕਿ ਹੋਰਾਂ ਨੂੰ ਸੁੱਖ ਮਿਲ ਸਕੇ। ਇਸ ਤਰ੍ਹਾਂ ਉਹ ਹਰ ਦੁੱਖ ਵਿੱਚ ਕਿਸਮਤ ਦਾ ਭਾਣਾ ਮੰਨ ਕੇ ਸਹਿ ਲੈਂਦੀ ਹੈ। ਸਾਡਾ ਦੂਸਰਾ ਪਾਤਰ ਹੈ ਰਿਤੰਬਰ।
ਇਸ ਨਾਟਕ ਦਾ ਸਭ ਤੋਂ ਸਹਿਣਸ਼ੀਲ ਪਾਤਰ ਦਾਦੀ ਦਾ ਪੋਤਾ ਰਿਤੰਬਰ ਵਿਖਾਇਆ ਗਿਆ ਹੈ, ਕਿਉਂਕਿ ਉਹ ਆਪਣੀ ਦਾਦੀ ਨੂੰ ਸਭ ਤੋਂ ਵੱਧ ਪਿਆਰ ਕਰਦਾ ਹੈ, ਪਰ ਉਹ ਚਾਹ ਕੇ ਵੀ ਆਪਣੀ ਦਾਦੀ ਦੀ ਮਦਦ ਨਹੀਂ ਕਰ ਪਾਉਂਦਾ। ਉਹ ਆਪਣੇ ਮਾਂ-ਬਾਪ ਨਾਲ ਵੀ ਆਪਣੀ ਦਾਦੀ ਲਈ ਲੜਦਾ ਹੈ, ਪਰ ਫਿਰ ਵੀ ਉਸਦੇ ਮਾਂ-ਬਾਪ ਉਸਨੂੰ ਇੱਕ ਗੱਲ ਨਹੀਂ ਸੁਣਦੇ। ਇਸ ਕਰਕੇ ਹੀ ਉਹ ਕਾਫੀ ਸਹਿਣਸ਼ੀਲ ਪਾਤਰ ਲੱਗਦਾ ਹੈ। ਸਾਡਾ ਤੀਸਰਾ ਪਾਤਰ ਹੈ ਸਿਮਰਨ। ਸਿਮਰਨ ਇਸ ਨਾਟਕ ਵਿੱਚ ਨੂੰਹ ਦਾ ਰੋਲ ਅਦਾ ਕਰ ਰਹੀ ਹੈ, ਜਿਸ ਦਾ ਦੋਹਰਾ ਚਰਿੱਤਰ ਦਿਖਾਇਆ ਗਿਆ ਹੈ। ਇੱਕ ਪਾਸੇ ਤਾਂ ਉਸਨੂੰ ਇੱਕ ਅਜਿਹੇ ਚਰਿੱਤਰ ਦੇ ਰੂਪ ਵਿੱਚ ਵਿਖਾਇਆ ਗਿਆ ਹੈ ਜਿਹੜੀ ਆਪਣੀ ਸੱਸ ਉੱਤੇ ਅਤਿਆਚਾਰ ਕਰਦੀ ਹੈ ਅਤੇ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਉਹ ਆਪਣੀ ਮਾਂ ਨੂੰ ਬਿਰਧ ਆਸ਼ਰਮ ਛੱਡ ਆਵੇ, ਨਹੀਂ ਤਾਂ ਉਹ ਪੇਕੇ ਚਲੀ ਜਾਵੇਗੀ। ਦੂਸਰੇ ਪਾਸੇ ਉਹ ਆਪਣੇ ਭਰਾ ਨੂੰ ਧਮਕੀ ਦਿੰਦੀ ਹੈ ਕਿ ਜੇਕਰ ਉਸਨੇ ਮਾਂ ਦਾ ਖਿਆਲ ਨਾ ਰੱਖਿਆ ਤਾਂ ਮਾਂ ਨੂੰ ਆਪਣੇ ਕੋਲ ਰੱਖ ਲਵੇਗੀ। ਇਸ ਤਰ੍ਹਾਂ ਉਹ ਇੱਕ ਨਿਰਦਈ ਨੂੰ ਅਤੇ ਪਿਆਰ ਭਰੀ ਧੀ ਦੇ ਰੂਪ ਵਿੱਚ ਦਿਖਾਈ ਗਈ ਹੈ। ਸਾਡਾ ਚੌਥਾ ਪਾਤਰ ਹੈ ਕਰਨਵੀਰ। ਕਰਨਵੀਰ ਇਸ ਨਾਟਕ ਦਾ ਇੱਕ ਅਜਿਹਾ ਪਾਤਰ ਹੈ ਜਿਹੜਾ ਆਪਣੀ ਪਤਨੀ ਦੇ ਕਹਿਣ ਤੇ ਆਪਣੀ ਮਾਂ ਨੂੰ ਬਿਰਧ ਆਸ਼ਰਮ ਛੱਡ ਆਉਂਦਾ ਹੈ। ਉਹ ਆਪਣੇ ਬੱਚੇ ਦੀ ਵੀ ਨਹੀਂ ਸੁਣਦਾ ਅਤੇ ਉਸ ਵਿੱਚ ਆਪਣੀ ਮਾਂ ਪ੍ਰਤੀ ਕੋਈ ਪਿਆਰ ਨਹੀਂ ਵਿਖਾਇਆ ਗਿਆ ਹੈ। ਅੰਤ ਵਿੱਚ ਜਦੋਂ ਉਸ ਨੂੰ ਪਤਾ ਚੱਲਦਾ ਹੈ ਕਿ ਉਸਦੇ ਪਿਤਾ ਨੇ ਉਸਨੂੰ ਉਸੇ ਆਸ਼ਰਮ ਵਿੱਚੋਂ ਗੋਦ ਲਿਆ ਸੀ ਜਿੱਥੇ ਉਸਨੇ ਆਪਣੀ ਮਾਂ ਨੂੰ ਛੱਡਿਆ ਹੋਇਆ ਹੈ, ਤਾਂ ਉਸਨੂੰ ਪਛਤਾਵਾ ਹੁੰਦਾ ਹੈ ਅਤੇ ਉਹ ਆਪਣੀ ਮਾਂ ਨੂੰ ਘਰ ਲੈ ਆਉਂਦਾ ਹੈ। ਪਿਆਰੇ ਬੱਚਿਓ, ਅਸੀਂ ਹੁਣ ਅਭਿਆਸ ਨੰਬਰ 2 ਦੇ ਪ੍ਰਸ਼ਨ ਉੱਤਰ ਕਰਦੇ ਹਾਂ, ਜਿਸ ਦੇ ਵਿੱਚ ਸਥਿਤੀ 1 ਹੈ। ਤੁਸੀਂ ਸੜਕ ਤੇ ਜਾ ਰਹੇ ਹੋ, ਤੁਹਾਡੇ ਸਾਹਮਣੇ ਇੱਕ ਮੁੰਡੇ ਦੇ ਕੇਲਾ ਖਾ ਕੇ ਸੜਕ ਉੱਤੇ ਸੁੱਟ ਦਿੱਤਾ ਹੈ। ਤੁਸੀਂ ਕੀ ਕਰੋਗੇ ਜੋ ਸਹੀ ਪ੍ਰਤੀਰਾ ਹੋਵੇ? ਇਸ ਦਾ ਉੱਤਰ ਹੈ ਉਸ ਲੜਕੇ ਨੂੰ ਉਸ ਦੀ ਗਲਤੀ ਬਾਰੇ ਸਮਝਾਵਾਂਗੇ। ਸਾਡੇ ਕੋਲੇ ਦੂਸਰੀ ਸਥਿਤੀ ਹੈ, ਤੁਹਾਡੇ ਸਾਥੀਆਂ ਨੇ ਤੁਹਾਡੇ ਜਨਮ ਦਿਨ ਤੇ ਤੁਹਾਨੂੰ ਚੌਕਾਂ ਦਾ ਖਾਲੀ ਡੱਬਾ ਦਿੱਤਾ ਹੈ। ਤੁਸੀਂ ਕੀ ਪ੍ਰਤੀਕਿਰਿਆ ਕਰੋਗੇ? ਪਿਆਰੇ ਬੱਚਿਓ, ਇਸ ਦਾ ਉੱਤਰ ਹੈ ਉਹਨਾਂ ਵੱਲ ਵੇਖ ਕੇ, ਹੱਸ ਕੇ, ਮੁਸਕਰਾ ਕੇ ਛੱਡਾਂਗੇ। ਪਿਆਰੇ ਬੱਚਿਓ, ਹੁਣ ਅਸੀਂ ਪਾਠ ਨੰਬਰ 4 ਹਮਦਰਦੀ ਅਤੇ ਹਮਾਇਤ ਦੇ ਪ੍ਰਸ਼ਨ ਉੱਤਰ ਕਰਾਂਗੇ। ਪਿਆਰੇ ਬੱਚਿਓ, ਅਸੀਂ ਸਭ ਤੋਂ ਪਹਿਲਾਂ ਅਭਿਆਸ ਦੇ ਪ੍ਰਸ਼ਨ ਉੱਤਰ ਕਰਾਂਗੇ, ਜਿਸ ਦਾ ਪਹਿਲਾ ਪ੍ਰਸ਼ਨ ਹੈ ਨਾਜ਼ੁਕ ਮੁੱਦੇ ਕੀ ਹੁੰਦੇ ਹਨ? ਇਸ ਦਾ ਉੱਤਰ ਹੈ ਨਾਜ਼ੁਕ ਮੁੱਦੇ ਉਹ ਮੁੱਦੇ ਹੁੰਦੇ ਹਨ ਜਿਹੜੇ ਕਿਸੇ ਗੰਭੀਰ ਮਸਲੇ ਨਾਲ ਸੰਬੰਧਿਤ ਹੁੰਦੇ ਹਨ, ਜਿਨ੍ਹਾਂ ਨੂੰ ਹੱਲ ਕਰਨਾ ਹਰੇਕ ਵਿਅਕਤੀ ਦੇ ਵੱਸ ਵਿੱਚ ਨਹੀਂ ਹੁੰਦਾ। ਇਹਨਾਂ ਨੂੰ ਹੱਲ ਕਰਨ ਲਈ ਬਹੁਤ ਸਿਆਣਪ, ਸਹਿਜ ਸਮਝ ਅਤੇ ਸੂਝ ਦੀ ਜ਼ਰੂਰਤ ਹੁੰਦੀ ਹੈ। ਉਦਾਹਰਨ ਦੇ ਲਈ, ਕਿਸੇ ਘਰ ਦੇ ਨਿੱਜੀ ਮਸਲੇ ਜਾਂ ਕਿਸੇ ਕਬੀਲੇ ਜਾਂ ਧਰਮ ਸੰਬੰਧੀ ਮਸਲੇ ਜਾਂ ਭਾਸ਼ਾ ਨਾਲ ਸੰਬੰਧਿਤ ਮਸਲੇ। ਸਾਡਾ ਦੂਸਰਾ ਪ੍ਰਸ਼ਨ ਹੈ ਉਹਨਾਂ ਦੇ ਨਿਪਟਾਰੇ ਲਈ ਕੌਂਸਲਰ ਨੇ ਕਿਹੜੀਆਂ-ਕਿਹੜੀਆਂ ਗੱਲਾਂ ਸੁਝਾਈਆਂ? ਇਸ ਦਾ ਉੱਤਰ ਹੈ ਵਿਅਕਤੀ ਵਿੱਚ ਸਬਰ ਸੰਤੋਖ ਦਾ ਹੋਣਾ, ਗਿਆਨ ਦਾ ਹੋਣਾ, ਸਹੀ ਭਾਸ਼ਾ ਦਾ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਸਮੱਸਿਆ ਦੇ ਮੂਲ ਕਾਰਨ ਦਾ ਪਤਾ ਕਰਕੇ ਦੂਜੇ ਬੰਦੇ ਦੀ ਗੱਲ ਦਾ ਸਤਿਕਾਰ ਨਾਲ ਸੁਣਨਾ ਅਤੇ ਸੂਝ-ਬੂਝ ਅਤੇ ਸਹਿਜ ਨਾਲ ਸੋਚ ਕੇ ਫੈਸਲਾ ਲੈਣਾ ਜ਼ਰੂਰੀ ਹੈ। ਫੈਸਲਾ ਕਿਸੇ ਉੱਤੇ ਥੋਪਣਾ ਨਹੀਂ ਚਾਹੀਦਾ ਹੈ, ਬਲਕਿ ਇੱਕ ਅਜਿਹਾ ਮਾਹੌਲ ਬਣਾਉਣਾ ਚਾਹੀਦਾ ਹੈ ਕਿ ਸਾਹਮਣੇ ਵਾਲਾ ਵਿਅਕਤੀ ਤੁਹਾਡੇ ਫੈਸਲੇ ਨੂੰ ਸਮਝੇ, ਉਸ ਨਾਜ਼ੁਕ ਮੁੱਦੇ ਨੂੰ ਸੁਲਝਾਏ। ਸਭ ਤੋਂ ਪਹਿਲਾਂ ਆਪਣੇ ਆਪ ਨੂੰ ਉਸ ਸਥਿਤੀ ਵਿੱਚ ਰੱਖ ਕੇ ਸੋਚੋ ਜਿਸ ਸਥਿਤੀ ਵਿੱਚ ਉਹ ਬੰਦਾ ਆ ਫਸਿਆ ਹੋਇਆ ਹੈ। ਅਜਿਹੇ ਮੁੱਦਿਆਂ ਨੂੰ ਸ਼ਰੇਆਮ ਉਲਝਾਉਣਾ ਨਹੀਂ ਚਾਹੀਦਾ, ਬਲਕਿ ਇੱਕ ਕਮਰੇ ਵਿੱਚ ਬੈਠ ਕੇ ਇਸ ਨੂੰ ਸੁਲਝਾਉਣਾ ਚਾਹੀਦਾ ਹੈ। ਪਿਆਰੇ ਬੱਚਿਓ, ਸਾਡਾ ਪ੍ਰਸ਼ਨ ਨੰਬਰ 3 ਹੈ, ਪ੍ਰਿੰਸੀਪਲ ਨੇ ਵਿਦਿਆਰਥੀਆਂ ਦੀ ਇਹ ਕਮੇਟੀ ਕਿਉਂ ਬਣਾਈ? ਇਸ ਦਾ ਉੱਤਰ ਹੈ ਪ੍ਰਿੰਸੀਪਲ ਨੇ ਦੱਸਿਆ ਕਿ ਕਈ ਨਾਜ਼ੁਕ ਮਸਲੇ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਕਾਫੀ ਵਿਚਾਰ ਵਟਾਂਦਰੇ ਦੀ ਲੋੜ ਹੁੰਦੀ ਹੈ ਅਤੇ ਇਕੱਲੇ ਹੀ ਉਹਨਾਂ ਨੂੰ ਹੱਲ ਨਹੀਂ ਕੀਤਾ ਜਾ ਸਕਦਾ। ਅਜਿਹੇ ਮਸਲਿਆਂ ਨੂੰ ਹੱਲ ਕਰਨਾ ਹਰੇਕ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਹੁੰਦੀ, ਇਸ ਲਈ ਬਹੁਤਾ ਸੂਝ-ਬੂਝ ਦੀ ਲੋੜ ਹੁੰਦੀ ਹੈ। ਇਸ ਲਈ ਪ੍ਰਿੰਸੀਪਲ ਨੇ ਵਿਦਿਆਰਥੀਆਂ ਦੀ ਇੱਕ ਕਮੇਟੀ ਬਣਾਈ ਤਾਂ ਕਿ ਸਾਰੇ ਇਕੱਠੇ ਮਿਲ ਕੇ ਨਾਜ਼ੁਕ ਮੁੱਦਿਆਂ ਨੂੰ ਹੱਲ ਕਰ ਸਕਣ। ਪਿਆਰੇ ਬੱਚਿਓ, ਹੁਣ ਅਸੀਂ ਪਾਠ ਆਧਾਰਿਤ ਪ੍ਰਸ਼ਨ ਕਰਾਂਗੇ, ਜਿਸ ਦੇ ਵਿੱਚ ਪਹਿਲਾ ਪ੍ਰਸ਼ਨ ਹੈ ਉਹ ਕਿਹੜੇ ਕੰਮ ਹਨ ਜੋ ਤੁਹਾਡੇ ਮਾਤਾ ਜੀ ਕਰਦੇ ਹਨ? ਇਸ ਦਾ ਉੱਤਰ ਹੈ ਮੇਰੀ ਮਾਤਾ ਜੀ ਦਫ਼ਤਰ ਜਾਂਦੇ ਹਨ। ਉਹ ਘਰ ਦਾ ਸਾਰਾ ਕੰਮ ਆਪ ਹੀ ਕਰਦੇ ਹਨ। ਉਹ ਸਾਡੇ ਲਈ ਖਾਣਾ ਬਣਾਉਂਦੇ ਹਨ, ਕੱਪੜੇ ਧੋਂਦੇ ਹਨ, ਘਰ ਦੀ ਸਫਾਈ ਕਰਦੇ ਹਨ ਅਤੇ ਘਰ ਦੇ ਸਾਰੇ ਮੈਂਬਰਾਂ ਦੀਆਂ ਸਾਰੀਆਂ ਜ਼ਰੂਰਤਾਂ ਦਾ ਧਿਆਨ ਰੱਖਦੇ ਹਨ।
ਪਿਆਰੇ ਬੱਚਿਓ, ਸਾਡਾ ਦੂਸਰਾ ਪ੍ਰਸ਼ਨ ਹੈ, ਉਹ ਕਿਹੜੇ ਕੰਮ ਹਨ ਜੋ ਤੁਹਾਡੇ ਪਿਤਾ ਜੀ ਕਰਦੇ ਹਨ? ਇਸ ਦਾ ਉੱਤਰ ਹੈ, ਮੇਰੇ ਪਿਤਾ ਜੀ ਵੀ ਦਫ਼ਤਰ ਵਿੱਚ ਜਾਂਦੇ ਹਨ। ਉਹ ਸਵੇਰੇ ਮੈਨੂੰ ਅਤੇ ਮੇਰੇ ਭਰਾ ਦੀ ਤਿਆਰ ਹੋਣ ਵਿੱਚ ਮਦਦ ਕਰਦੇ ਹਨ। ਬਾਜ਼ਾਰ ਤੋਂ ਘਰ ਦੀਆਂ ਜ਼ਰੂਰਤਾਂ ਦੀਆਂ ਚੀਜ਼ਾਂ ਲਿਆਉਂਦੇ ਹਨ। ਉਹ ਮੇਰੀ ਅਤੇ ਮੇਰੇ ਭਰਾ ਦੀ ਪੜ੍ਹਾਈ ਵਿੱਚ ਮਦਦ ਕਰਦੇ ਹਨ ਅਤੇ ਮਾਤਾ ਜੀ ਦੀ ਵੀ ਕਈ ਕੰਮਾਂ ਵਿੱਚ ਮਦਦ ਕਰਦੇ ਹਨ, ਜਿਵੇਂ ਕਿ ਫਲ ਕੱਟਣਾ, ਸਬਜ਼ੀਆਂ ਕੱਟਣਾ ਆਦਿ। ਪਿਆਰੇ ਬੱਚਿਓ, ਸਾਡਾ ਤੀਸਰਾ ਪ੍ਰਸ਼ਨ ਹੈ, ਤੁਸੀਂ ਆਪਣੇ ਮਾਤਾ ਜੀ ਨਾਲ ਕਿਹਨਾਂ ਕੰਮਾਂ ਵਿੱਚ ਹੱਥ ਵਟਾਓਗੇ? ਇਸ ਦਾ ਉੱਤਰ ਹੈ, ਅਸੀਂ ਸਭ ਤੋਂ ਪਹਿਲਾਂ ਘਰ ਦੀ ਸਫਾਈ ਰੱਖਣ ਵਿੱਚ ਮਦਦ ਕਰਾਂਗੇ। ਅਸੀਂ ਘਰ ਵਿੱਚ ਗੰਦਗੀ ਨਹੀਂ ਫੈਲਾਵਾਂਗੇ ਅਤੇ ਸਾਰੀਆਂ ਚੀਜ਼ਾਂ ਆਪਣੀ ਥਾਂ ਉੱਤੇ ਰੱਖਾਂਗੇ। ਇਸ ਨਾਲ ਕੰਮ ਘਟ ਜਾਂਦਾ ਹੈ। ਅਸੀਂ ਕੱਪੜੇ ਸੁੱਕਣੇ ਪਾਉਣ ਵਿੱਚ ਉਹਨਾਂ ਦੀ ਮਦਦ ਕਰਾਂਗੇ ਅਤੇ ਹੋਰ ਛੋਟੇ-ਮੋਟੇ ਕੰਮ ਕਰਨ ਵਿੱਚ ਉਹਨਾਂ ਦੀ ਮਦਦ ਕਰਾਂਗੇ। ਸਾਡਾ ਚੌਥਾ ਪ੍ਰਸ਼ਨ ਹੈ, ਤੁਸੀਂ ਆਪਣੇ ਪਿਤਾ ਜੀ ਦੇ ਨਾਲ ਕਿੰਨਾਂ ਕੰਮਾਂ ਵਿੱਚ ਹੱਥ ਵਟਾਓਗੇ? ਇਸ ਦਾ ਉੱਤਰ ਹੈ, ਅਸੀਂ ਆਪਣੀ ਪੜ੍ਹਾਈ ਆਪ ਕਰਾਂਗੇ। ਸੁੱਕੇ ਹੋਏ ਕੱਪੜੇ ਲਪੇਟਣ ਵਿੱਚ ਉਹਨਾਂ ਦੀ ਮਦਦ ਕਰਾਂਗੇ। ਬਾਹਰ ਜਾ ਕੇ ਘਰ ਦੀਆਂ ਜ਼ਰੂਰਤਾਂ ਦਾ ਸਮਾਨ ਲਿਆ ਕੇ ਦੇਵਾਂਗੇ ਤਾਂ ਕਿ ਉਹ ਦਫ਼ਤਰ ਤੋਂ ਥੱਕ ਕੇ ਵਾਪਸ ਆਉਣ ਤਾਂ ਕੁਝ ਸਮਾਂ ਉਹ ਆਰਾਮ ਕਰ ਸਕਣ। ਪਿਆਰੇ ਬੱਚਿਓ, ਅਸੀਂ ਹੁਣ ਕਿਰਿਆ ਨੰਬਰ 1 ਦੇਖਦੇ ਹਾਂ, ਜਿਸ ਦੇ ਵਿੱਚ ਹੈ, ਤੁਸੀਂ ਕੀ ਚਾਹੁੰਦੇ ਹੋ ਕਿ ਅੱਜ ਤੋਂ 1 ਸਾਲ ਨੂੰ ਤੁਹਾਡੇ ਕੋਲ ਕੀ ਸਹੂਲਤ ਹੋਵੇ? ਇਸ ਦਾ ਉੱਤਰ ਹੈ, ਮੇਰੇ ਕੋਲ ਵਧੀਆ ਸਮਾਰਟਫੋਨ ਹੋਵੇ ਜਿਸ ਉੱਤੇ ਮੈਂ ਪੜ੍ਹਾਈ ਕਰ ਸਕਾਂ। ਮੇਰੇ ਕੋਲ ਇੱਕ ਵਧੀਆ ਕੰਪਨੀ ਦਾ ਲੈਪਟਾਪ ਅਤੇ ਇੰਟਰਨੈਟ ਕਨੈਕਸ਼ਨ ਹੋਵੇ ਤਾਂ ਕਿ ਮੇਰੀ ਆਨਲਾਈਨ ਕਲਾਸ ਵਿੱਚ ਕੋਈ ਵਿਘਨ ਨਾ ਪਵੇ। ਮੇਰੇ ਘਰ ਵਿੱਚ ਇੱਕ ਕਾਰ ਹੋਵੇ ਤਾਂ ਕਿ ਮੈਂ ਆਪਣੇ ਮਾਤਾ-ਪਿਤਾ ਨਾਲ ਘੁੰਮਣ ਜਾ ਸਕਾਂ। ਮੇਰੇ ਘਰ 24 ਘੰਟੇ ਬਿਜਲੀ ਆਵੇ। ਪਿਆਰੇ ਬੱਚਿਓ, ਸਾਡੀ ਕਿਰਿਆ ਨੰਬਰ 2 ਹੈ, ਸਾਹਮਣੇ ਦਿੱਤੇ ਚਿੱਤਰ ਵਿੱਚ ਕੁੱਲ 10 ਵਸਤੂਆਂ ਪਈਆਂ ਹਨ। ਤੁਸੀਂ ਇਹਨਾਂ ਵਿੱਚੋਂ ਅਜਿਹੀ ਸਹੂਲਤ ਨੂੰ ਚੁਣਨਾ ਹੈ ਜਿਸ ਨਾਲ ਬਾਕੀ ਸਭ ਸਹੂਲਤਾਂ ਦੀ ਲੋੜ ਪੂਰੀ ਹੋ ਜਾਵੇ। ਇਸ ਦੇ ਵਿੱਚ ਇਸ ਦਾ ਉੱਤਰ ਹੈ, ਇਹਨਾਂ ਸਾਰੀਆਂ ਵਿੱਚੋਂ ਅਸੀਂ ਸਮਾਰਟਫੋਨ ਚੁਣਾਂਗੇ ਜਿਹੜਾ ਬਾਕੀ ਸਾਰੀਆਂ ਸਹੂਲਤਾਂ ਦੀ ਜ਼ਰੂਰਤ ਪੂਰੀ ਕਰ ਦਿੰਦਾ ਹੈ। ਇਸ ਉੱਤੇ ਅਸੀਂ ਟੀਵੀ ਦੇਖ ਸਕਦੇ ਹਾਂ, ਟੈਲੀਫੋਨ ਸੁਣ ਸਕਦੇ ਹਾਂ, ਹਿਸਾਬ ਕਿਤਾਬ ਕਰ ਸਕਦੇ ਹਾਂ, ਅਲਾਰਮ ਲਗਾ ਸਕਦੇ ਹਾਂ, ਸਮਾਂ ਦੇਖ ਸਕਦੇ ਹਾਂ, ਫੋਟੋ ਖਿੱਚ ਸਕਦੇ ਹਾਂ ਅਤੇ ਵੀਡੀਓ ਬਣਾ ਸਕਦੇ ਹਾਂ ਅਤੇ ਇਸ ਦੇ ਨਾਲ ਇਸ ਉੱਤੇ ਕੰਪਿਊਟਰ ਦੇ ਸਾਰੇ ਕੰਮ ਕਰ ਸਕਦੇ ਹਾਂ। ਸਾਡੀ ਕਿਰਿਆ ਨੰਬਰ 3 ਹੈ, ਇਸ ਬੰਦ ਮੁੱਠੀ ਵਿੱਚ ਨਾਜ਼ੁਕ ਮੁੱਦੇ ਹਨ। ਹੇਠਲੇ ਚਿੱਤਰ ਵਿਚਲੇ ਖੁੱਲ੍ਹ ਹੱਥਾਂ ਦੀਆਂ 5 ਉਂਗਲਾਂ ਵਿੱਚ 5 ਨਾਜ਼ੁਕ ਮਸਲੇ ਲਿਖੋ। ਇਸ ਦੇ ਵਿੱਚ ਇਸ ਦਾ ਉੱਤਰ ਹੈ, ਧਰਮ ਨਾਲ ਸੰਬੰਧਿਤ ਮਸਲੇ, ਭਾਸ਼ਾ ਨਾਲ ਸੰਬੰਧਿਤ ਮਸਲੇ, ਪਰਿਵਾਰ ਦੇ ਨਿੱਜੀ ਮਸਲੇ, ਸਮਾਜਿਕ ਮੁੱਦਿਆਂ ਦੇ ਮਸਲੇ, ਔਰਤਾਂ ਦੀ ਸੁਰੱਖਿਆ ਦਾ ਮਸਲਾ। ਸਾਡਾ ਦੂਸਰਾ ਪ੍ਰਸ਼ਨ ਹੈ, ਮੁੱਠੀ ਦਾ ਬੰਦ ਰੱਖਣਾ ਕਾਉਂਸਲਰ ਸਾਹਿਬ ਦੀ ਕਿਹੜੀ ਸਿੱਖਿਆ ਵੱਲ ਇਸ਼ਾਰਾ ਕਰਦਾ ਹੈ? ਇਸ ਦਾ ਉੱਤਰ ਹੈ, ਕਾਉਂਸਲਰ ਸਾਹਿਬ ਦਾ ਕਹਿਣਾ ਸੀ ਕਿ ਸਾਰੇ ਮਸਲੇ ਬੜੇ ਧਿਆਨ ਨਾਲ ਹੱਲ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਨਾਜ਼ੁਕ ਮਸਲਿਆਂ ਨੂੰ ਹੱਲ ਕਰਨ ਲਈ ਸਬਰ ਸੰਤੋਖ ਹੋਣਾ ਚਾਹੀਦਾ ਹੈ। ਸਹੀ ਭਾਸ਼ਾ ਅਤੇ ਸਹੀ ਗਿਆਨ ਦਾ ਵੀ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਸਮੱਸਿਆ ਦੇ ਮੂਲ ਕਾਰਨ ਦਾ ਪਤਾ ਹੋਣਾ, ਦੂਜਿਆਂ ਨੂੰ ਸਤਿਕਾਰ ਨਾਲ ਸੁਣਨਾ, ਸੂਝ-ਬੂਝ ਤੇ ਸੋਚ ਸਮਝ ਨਾਲ ਹੀ ਫੈਸਲਾ ਲੈਣਾ ਚਾਹੀਦਾ ਹੈ। ਫੈਸਲੇ ਨੂੰ ਕਿਸੇ ਉੱਤੇ ਥੋਪਣਾ ਨਹੀਂ ਚਾਹੀਦਾ ਹੈ। ਪਿਆਰੀ ਬੱਚਿਓ, ਸਾਡਾ ਸਵਾਗਤ ਜ਼ਿੰਦਗੀ ਵਿਸ਼ੇ ਦਾ ਪਾਠ ਨੰਬਰ 5 ਹੈ, ਉਸਾਰੂ ਸੋਚ, ਜਿਸ ਦਾ ਪਹਿਲਾ ਪ੍ਰਸ਼ਨ ਹੈ, ਸਕੂਲੀ ਪਰਿਵਾਰ ਦੇ ਅੰਗ ਕੌਣ-ਕੌਣ ਹੁੰਦੇ ਹਨ? ਇਸ ਦਾ ਉੱਤਰ ਹੈ, ਪ੍ਰਿੰਸੀਪਲ ਸਾਹਿਬ, ਅਧਿਆਪਕ ਸਹਿਬਾਨ, ਕਲਰਕ, ਚਪੜਾਸੀ, ਵਿਦਿਆਰਥੀ, ਮੈਨੇਜਮੈਂਟ ਸਾਰੇ ਹੀ ਸਕੂਲੀ ਪਰਿਵਾਰ ਦੇ ਮੈਂਬਰ ਹੁੰਦੇ ਹਨ। ਸਾਡਾ ਦੂਸਰਾ ਪ੍ਰਸ਼ਨ ਹੈ, ਇਸ ਪਰਿਵਾਰ ਰੂਪੀ ਰੁੱਖ ਦੇ ਫੁੱਲ ਕੌਣ ਹੁੰਦੇ ਹਨ? ਇਸ ਦਾ ਉੱਤਰ ਹੈ, ਇਸ ਪਰਿਵਾਰ ਰੂਪੀ ਰੁੱਖ ਦੇ ਫੁੱਲ ਵਿਦਿਆਰਥੀ ਹੁੰਦੇ ਹਨ, ਜਿਨ੍ਹਾਂ ਨਾਲ ਸਕੂਲ ਸੋਹਣਾ ਲੱਗਦਾ ਹੈ। ਸਾਡਾ ਤੀਸਰਾ ਪ੍ਰਸ਼ਨ ਹੈ, ਇਹ ਫੁੱਲ ਆਪਣੀ ਮਹਿਕ ਕਿਵੇਂ ਫੈਲਾ ਸਕਦੇ ਹਨ? ਇਸ ਦਾ ਉੱਤਰ ਹੈ, ਇਹ ਫੁੱਲ ਚੰਗੀ ਵਿੱਦਿਆ ਲੈ ਕੇ, ਵਿਅਕਤੀਗਤ ਪ੍ਰਗਤੀ ਕਰਕੇ, ਵਧੀਆ ਨੰਬਰ ਲੈ ਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰ ਸਕਦੇ ਹਨ ਅਤੇ ਚਾਰੇ ਪਾਸੇ ਆਪਣੀ ਮਹਿਕ ਫੈਲਾ ਸਕਦੇ ਹਨ। ਪਿਆਰੇ ਬੱਚਿਓ, ਸਾਡਾ ਚੌਥਾ ਪ੍ਰਸ਼ਨ ਹੈ, ਕੀ ਤੁਸੀਂ ਆਪਣੇ ਪਰਿਵਾਰ ਰੂਪੀ ਰੁੱਖ ਨੂੰ ਪਿਆਰ, ਆਦਰ, ਸਤਿਕਾਰ ਜਾਂ ਸਮੇਂ ਅਤੇ ਸਹਿਯੋਗ ਰੂਪੀ ਖਾਦ ਨਾਲ ਸਿੰਜਦੇ ਹੋ? ਜੇਕਰ ਹਾਂ ਤਾਂ ਕਿਵੇਂ ਸਹਿਯੋਗ ਦਿੰਦੇ ਹੋ? ਇਸ ਦਾ ਉੱਤਰ ਹੈ, ਹਾਂਜੀ, ਆਪਣੇ ਪਰਿਵਾਰ ਰੂਪੀ ਰੁੱਖ ਨੂੰ ਪਿਆਰ, ਆਦਰ, ਸਤਿਕਾਰ, ਸਮਾਂ ਅਤੇ ਸਹਿਯੋਗ ਰੂਪੀ ਖਾਦ ਨਾਲ ਸਿੰਜਦੇ ਹਾਂ। ਅਸੀਂ ਪਰਿਵਾਰ ਦੇ ਸਾਰੇ ਮੈਂਬਰਾਂ ਨਾਲ ਪਿਆਰ ਕਰਦੇ ਹਾਂ ਅਤੇ ਪਿਆਰ ਦਿੰਦੇ ਹਾਂ
ਅਸੀਂ ਵੱਡਿਆਂ ਦਾ ਆਦਰ ਸਤਿਕਾਰ ਅਤੇ ਛੋਟਿਆਂ ਨੂੰ ਸਨਮਾਨ ਦਿੰਦੇ ਹਾਂ। ਅਸੀਂ ਪਰਿਵਾਰ ਦੇ ਸਾਰੇ ਮੈਂਬਰ ਇੱਕ ਦੂਜੇ ਨਾਲ ਸਮਾਂ ਬਤੀਤ ਕਰਦੇ ਹਾਂ ਤਾਂ ਕਿ ਇੱਕ ਦੂਜੇ ਦੀਆਂ ਦੁੱਖ ਤਕਲੀਫਾਂ ਸੁਣ ਕੇ ਉਹਨਾਂ ਨੂੰ ਘਟਾਉਣ ਜਾਂ ਖਤਮ ਕਰਨ ਦੀ ਕੋਸ਼ਿਸ਼ ਕਰੀਏ। ਅਸੀਂ ਆਪਣੇ ਮਾਤਾ-ਪਿਤਾ ਦਾ ਉਹਨਾਂ ਦੇ ਕੰਮ ਪੂਰੇ ਕਰਨ ਵਿੱਚ ਸਹਿਯੋਗ ਕਰਦੇ ਹਾਂ, ਜਿਸ ਨਾਲ ਸਾਰੇ ਕੰਮਾਂ ਨੂੰ ਜਲਦੀ ਪੂਰਾ ਕਰ ਸਕਦੇ ਹਾਂ। ਇਕਹਿਰੇ ਸਾਂਝੇ ਨਾਨਕੇ ਦਾਦਕੇ ਪਰਿਵਾਰ ਦੇ ਵੱਧ ਤੋਂ ਵੱਧ ਮੈਂਬਰਾਂ ਨੂੰ ਦਿੱਤੇ ਸਹਿਯੋਗ ਅਤੇ ਉਹਨਾਂ ਤੋਂ ਲਏ ਸਹਿਯੋਗ ਦਾ ਵੇਰਵਾ ਇਸ ਸਾਰਣੀ ਨੂੰ ਵਿਦਿਆਰਥੀ ਆਪ ਭਰਨਗੇ ਅਤੇ ਇਸ ਵਿੱਚ ਲਿਖਣਗੇ। ਪਿਆਰੇ ਬੱਚਿਓ, ਸਾਡਾ 5ਵਾਂ ਪ੍ਰਸ਼ਨ ਹੈ, ਕੀ ਤੁਸੀਂ ਸਕੂਲੀ ਪਰਿਵਾਰ ਵਿੱਚ ਸਹਿਯੋਗ ਦਿੰਦੇ ਹੋ? ਇਸ ਸਾਰਣੀ ਨੂੰ ਵੀ ਵਿਦਿਆਰਥੀ ਆਪ ਭਰਨਗੇ। ਸਾਡਾ 6ਵਾਂ ਪ੍ਰਸ਼ਨ ਹੈ, ਜਦੋਂ ਜ਼ਰੂਰਤ ਪੈਣ ਤੇ ਤੁਹਾਡੀ ਕੋਈ ਮਦਦ ਕਰਦਾ ਹੈ ਤਾਂ ਤੁਸੀਂ ਕਿਹੋ ਜਿਹਾ ਮਹਿਸੂਸ ਕਰਦੇ ਹੋ? ਇਸ ਦਾ ਉੱਤਰ ਹੈ, ਜਦੋਂ ਕੋਈ ਜ਼ਰੂਰਤ ਪੈਣ ਤੇ ਤੁਹਾਡੀ ਮਦਦ ਕਰਦਾ ਹੈ ਤਾਂ ਸਾਨੂੰ ਬਹੁਤ ਵਧੀਆ ਲੱਗਦਾ ਹੈ, ਕਿਉਂਕਿ ਉਸ ਸਮੇਂ ਉੱਤੇ ਸਾਡੀ ਹਾਲਤ ਵਧੀਆ ਨਹੀਂ ਹੁੰਦੀ ਹੈ। ਇਸ ਸਮੇਂ ਉੱਤੇ ਤਿਨਕੇ ਦਾ ਸਹਾਰਾ ਵੀ ਬਹੁਤ ਹੁੰਦਾ ਹੈ। ਉਸ ਵਿਅਕਤੀ ਨੇ ਤਾਂ ਸਾਡੀ ਬਹੁਤ ਮਦਦ ਕੀਤੀ ਹੁੰਦੀ ਹੈ, ਕਿਉਂਕਿ ਉਸ ਦੀ ਮਦਦ ਨਾਲ ਮੁਸੀਬਤ ਤੋਂ ਅਸੀਂ ਬਾਹਰ ਨਿਕਲੇ ਹੁੰਦੇ ਹਾਂ। ਇਸ ਲਈ ਸਾਨੂੰ ਚੰਗਾ ਲੱਗਦਾ ਹੈ ਅਤੇ ਅਸੀਂ ਇਸ ਗੱਲ ਨੂੰ ਨਹੀਂ ਭੁੱਲਦੇ ਹਾਂ। ਪਿਆਰੇ ਬੱਚਿਓ, ਇਹ ਵਾਲੀ ਸਾਰਣੀ ਵੀ ਤੁਸੀਂ ਆਪ ਪੂਰੀ ਕਰਨੀ ਹੈ। ਪਿਆਰੇ ਬੱਚਿਓ, ਹੁਣ ਅਸੀਂ ਪਾਠ ਨੰਬਰ 6 ਸੰਤੁਲਿਤ ਭਾਵਕ ਵਿਕਾਸ ਦੇ ਪ੍ਰਸ਼ਨ ਉੱਤਰ ਬਾਰੇ ਪੜਾਂਗੇ। ਸਭ ਤੋਂ ਪਹਿਲਾਂ ਹੈ, ਮੇਰੀਆਂ ਭਾਵਨਾਵਾਂ ਦੀ ਸੂਝ। ਹੇਠ ਦਿੱਤੇ ਖਾਕੇ ਵਿੱਚ ਤੁਹਾਨੂੰ ਕੁਝ ਭਾਵਨਾਵਾਂ ਦਿੱਤੀਆਂ ਗਈਆਂ ਹਨ। ਇਸ ਸਾਰਣੀ ਨੂੰ ਪੂਰਾ ਕਰਕੇ ਤੁਸੀਂ ਆਪਣੀਆਂ ਭਾਵਨਾਵਾਂ ਦੀ ਸੰਵੇਦਨਸ਼ੀਲਤਾ ਦਾ ਅੰਦਾਜ਼ਾ ਲਗਾ ਸਕਦੇ ਹੋ। ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਲਿਖਣਾ ਹੈ। ਦੂਸਰੇ ਨੰਬਰ ਤੇ ਹੈ, ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਮੇਰੇ ਕੰਮ ਦੀ ਤਾਰੀਫ ਹੁੰਦੀ ਹੈ, ਮੇਰੇ ਸਾਥੀ ਮੇਰੇ ਨਾਲ ਖੇਡਦੇ ਹਨ, ਮੇਰਾ ਨਤੀਜਾ ਵਧੀਆ ਆਉਂਦਾ ਹੈ। ਮੈਨੂੰ ਦੁੱਖ ਹੁੰਦਾ ਹੈ ਜਦੋਂ ਮੈਨੂੰ ਕੋਈ ਮੰਦਾ ਬੋਲਦਾ ਹੈ, ਕੋਈ ਮੇਰੀ ਪਿੱਠ ਉੱਤੇ ਚੁਗਲੀ ਕਰਦਾ ਹੈ, ਮੇਰੀ ਮਿਹਨਤ ਦਾ ਨਤੀਜਾ ਵਧੀਆ ਨਹੀਂ ਆਉਂਦਾ ਹੈ। ਮੈਨੂੰ ਡਰ ਲੱਗਦਾ ਹੈ ਜਦੋਂ ਅਧਿਆਪਕ ਸਾਹਿਬ ਨੂੰ ਮੇਰੇ ਬਾਰੇ ਕੋਈ ਗਲਤ ਗੱਲ ਕੀਤੀ ਜਾਂਦੀ ਹੈ, ਮੇਰੇ ਪੇਪਰ ਵਧੀਆ ਨਹੀਂ ਹੁੰਦੇ ਅਤੇ ਨਤੀਜਾ ਮਾੜਾ ਆਉਣਾ ਹੋਵੇ। ਮੈਨੂੰ ਨਫ਼ਰਤ ਹੁੰਦੀ ਹੈ ਜਦੋਂ ਕੋਈ ਮੇਰੀ ਪਿੱਠ ਪਿੱਛੇ ਗੱਲਾਂ ਕਰਕੇ ਕੋਈ ਮੇਰੀ ਚੁਗਲੀ ਕਰਦਾ ਹੈ ਅਤੇ ਸਾਹਮਣੇ ਗੱਲ ਕਰਨ ਦੀ ਹਿੰਮਤ ਨਹੀਂ ਕਰਦਾ। ਮੈਨੂੰ ਮਾਣ ਹੁੰਦਾ ਹੈ ਜਦੋਂ ਮੇਰੀ ਕੀਤੀ ਮਿਹਨਤ ਦਾ ਵਧੀਆ ਨਤੀਜਾ ਆਉਂਦਾ ਹੈ ਅਤੇ ਸਾਰੇ ਮੇਰਾ ਸਨਮਾਨ ਕਰਦੇ ਹਨ। ਮੈਨੂੰ ਨਿਰਾਸ਼ਾ ਹੁੰਦੀ ਹੈ ਜਦੋਂ ਮੇਰੀ ਮਿਹਨਤ ਦੇ ਬਾਵਜੂਦ ਵੀ ਉਮੀਦ ਦੇ ਮੁਤਾਬਕ ਨਤੀਜਾ ਨਹੀਂ ਆਉਂਦਾ। ਮੈਨੂੰ ਹਮਦਰਦੀ ਹੁੰਦੀ ਹੈ ਜਦੋਂ ਮੇਰੇ ਸਾਥੀਆਂ ਦੇ ਘੱਟ ਨੰਬਰ ਆਉਂਦੇ ਹਨ ਅਤੇ ਮੈਂ ਆਪਣੇ ਆਲੇ ਦੁਆਲੇ ਬਹੁਤ ਸਾਰੇ ਗਰੀਬਾਂ ਨੂੰ ਦੇਖਦਾ ਹਾਂ। ਮੈਨੂੰ ਭਰੋਸਾ ਬੱਝਦਾ ਹੈ ਜਦੋਂ ਸਾਰੇ ਮੈਨੂੰ ਕਹਿੰਦੇ ਹਨ ਕਿ ਇਹ ਵਾਰੀ ਨਹੀਂ ਤਾਂ ਅਗਲੀ ਵਾਰੀ ਨਤੀਜਾ ਵਧੀਆ ਆ ਜਾਵੇਗਾ, ਕਿਉਂਕਿ ਮਿਹਨਤ ਜਾਇਆ ਨਹੀਂ ਜਾਂਦੀ। ਪਿਆਰੇ ਬੱਚਿਓ, ਹੁਣ ਅਸੀਂ ਪਾਠ ਨੰਬਰ 7 ਦੇ ਪ੍ਰਸ਼ਨ ਉੱਤਰ ਡਿਸਕਸ ਕਰਦੇ ਹਾਂ। ਸਾਡਾ ਪਾਠ ਨੰਬਰ 7 ਹੈ, ਫੈਸਲਾ ਲੈਣ ਦੀ ਯੋਗਤਾ, ਜਿਸ ਦੇ ਵਿੱਚ ਭਾਗ ਪਹਿਲੇ ਵਿੱਚ ਹੈ, ਠੀਕ ਗੱਲ ਚੁਣੋ, ਜਿਸ ਦੇ ਵਿੱਚ ਪਹਿਲੇ ਨੰਬਰ ਤੇ ਹੈ, ਮੈਨੂੰ ਉਹ ਕੋਰਸ ਹੀ ਚੁਣਨਾ ਚਾਹੀਦਾ ਹੈ ਜੋ ਮੇਰੇ ਮਾਤਾ-ਪਿਤਾ ਕਹਿੰਦੇ ਹਨ ਕਿ ਭਾਵੇਂ ਮੇਰੀ ਉਸ ਵਿੱਚ ਰੁਚੀ ਨਾ ਹੀ ਹੋਵੇ। ਇਹ ਬਿਲਕੁਲ ਗਲਤ ਹੈ। ਜੇ ਮੈਥੋਂ ਘਰ ਦੇ ਜਾਂ ਹੋਰ ਹਾਲਾਤਾਂ ਕਾਰਨ ਪੂਰੀ ਕੋਸ਼ਿਸ਼ ਕਰਕੇ ਵੀ ਡਾਕਟਰ ਨਾ ਬਣ ਹੋਇਆ ਤਾਂ ਡਾਕਟਰੀ ਕਿੱਤੇ ਵਰਗੇ ਕਿਸੇ ਹੋਰ ਕੋਰਸ, ਫਾਰਮਾਸਿਸਟ, ਨਰਸਿੰਗ ਦਾ ਵੀ ਕੀਤਾ ਜਾ ਸਕਦਾ ਹੈ। ਇਹ ਸਹੀ ਹੈ, ਜੋ ਕਿਸਮਤ ਵਿੱਚ ਹੋਇਆ ਹੈ ਮਿਲ ਜਾਣਾ ਹੈ। ਬਹੁਤੀ ਚਿੰਤਾ ਦੀ ਲੋੜ ਨਹੀਂ ਕੰਮ ਪ੍ਰਤੀ ਸੋਚਣ ਬਾਰੇ। ਇਹ ਬਿਲਕੁਲ ਗਲਤ ਹੈ। ਮੈਂ 10ਵੀਂ ਜਮਾਤ ਵਿੱਚੋਂ ਉਹੀ ਕੋਰਸ ਚੁਣਨਾ ਹੈ ਜੋ ਮੇਰੇ ਜਮਾਤ ਸਾਥੀ ਚੁਣਨਗੇ। ਇਹ ਵੀ ਬਿਲਕੁਲ ਗਲਤ ਹੈ। ਮੈਂ ਜ਼ਿੰਦਗੀ ਵਿੱਚ ਉਹ ਬਣਨਾ ਚਾਹੁੰਦਾ ਹਾਂ, ਮੈਂ ਆਪਣੇ ਰਾਹ ਨੂੰ ਚੁਣਨਾ ਹੈ। ਇਹ ਗੱਲ ਮੇਰੇ ਤੇ ਢੁਕਦੀ ਹੈ। ਇਹ ਬਿਲਕੁਲ ਸਹੀ ਹੈ। ਪਿਆਰੇ ਬੱਚਿਓ, ਹੁਣ ਅਸੀਂ ਭਾਗ ਦੂਜਾ ਕਰਾਂਗੇ। 10ਵੀਂ ਤੋਂ ਬਾਅਦ ਮੈਂ ਕੀ ਕਰਨਾ ਹੈ? ਇਸ ਦਾ ਉੱਤਰ ਹੈ, ਮੇਰੀ ਇੱਛਾ ਹੈ ਕਿ ਮੇਰੇ ਵੱਡੇ ਮਲਟੀਨੈਸ਼ਨਲ ਕੰਪਨੀ ਵਿੱਚ ਮੈਨੇਜਰ ਬਣਾ। ਇਸ ਲਈ ਮੈਂ ਕਾਮਰਸ ਲਵਾਂਗਾ ਤਾਂ ਕਿ ਬੀਕਾਮ ਕਰਕੇ ਮੈਂ MBA ਕਰਾਂ ਅਤੇ ਆਪਣੇ ਸੁਪਨੇ ਪੂਰੇ ਕਰ ਸਕਾਂ। ਇਸ ਨਾਲ ਮੈਂ ਚੰਗੇ ਪੈਸੇ ਵੀ ਕਮਾ ਪਾਵਾਂਗਾ ਅਤੇ ਆਪਣੀ ਇੱਛਾ ਅਨੁਸਾਰ ਕੋਰਸ ਚੁਣ ਕੇ ਆਪਣੀ ਮਰਜ਼ੀ ਦਾ ਕੰਮ ਕਰ ਸਕਾਂਗਾ। ਮੇਰਾ ਦੂਸਰਾ ਪ੍ਰਸ਼ਨ ਹੈ, ਆਪਣੇ ਆਲੇ ਦੁਆਲੇ ਦੇ ਲੋਕਾਂ ਦੇ ਕੁਝ ਕਿੱਤਿਆਂ ਦੇ ਨਾਮ ਲਿਖੋ। ਇਸ ਦਾ ਉੱਤਰ ਹੈ, ਡਾਕਟਰ, ਇੰਜੀਨੀਅਰ, ਮੈਨੇਜਰ, ਕਾਰਪੋਰੇਟਰ, ਸੁਨਿਆਰਾ, ਸਰਕਾਰੀ ਨੌਕਰੀ ਕਰਨ ਵਾਲੇ, ਦੁੱਧ ਵੇਚਣ ਵਾਲੇ, ਕਰਿਆਨੇ ਦੀ ਦੁਕਾਨ ਵਾਲੇ, ਅਧਿਆਪਕ, ਪ੍ਰੋਫੈਸਰ ਅਤੇ ਦੁਕਾਨਦਾਰ। ਪਿਆਰੇ ਬੱਚਿਓ, ਸਾਡਾ ਤੀਸਰਾ ਪ੍ਰਸ਼ਨ ਹੈ, ਮੈਨੂੰ ਕਿਹੜਾ ਕੰਮ ਕਰਕੇ ਵਧੇਰੇ ਖੁਸ਼ੀ ਮਿਲਦੀ ਹੈ? ਇਸ ਦਾ ਉੱਤਰ ਹੈ, ਮੈਂ ਕਿਸੇ ਵੱਡੀ ਕੰਪਨੀ ਵਿੱਚ ਮੈਨੇਜਰ ਬਣਨਾ ਚਾਹੁੰਦਾ ਹਾਂ। ਇਸ ਦਾ ਕੰਮ ਹੁੰਦਾ ਹੈ ਕਿ ਸਾਰਿਆਂ ਦੇ ਕੰਮ ਉੱਤੇ ਨਜ਼ਰ ਰੱਖਣਾ। ਇਸ ਲਈ ਮੈਨੂੰ ਅਜਿਹਾ ਕੰਮ ਕਰਨ ਵਿੱਚ
ਖੁਸ਼ੀ ਮਿਲਦੀ ਹੈ, ਜਿਸ ਵਿੱਚ ਹੋਰਾਂ ਦੇ ਕੰਮ ਉੱਤੇ ਨਜ਼ਰ ਰੱਖਣੀ ਹੋਵੇ ਅਤੇ ਉਸ ਨੂੰ ਸੁਧਾਰ ਕਰਨ ਬਾਰੇ ਦੱਸਣਾ ਹੋਵੇ। ਪਿਆਰੇ ਬੱਚਿਓ, ਹੁਣ ਅਸੀਂ ਅਭਿਆਸ ਪੇਜ ਨੰਬਰ 58 ਦੇ ਵਿੱਚ ਦੇਖਦੇ ਹਾਂ। ਕਈ ਜਟਿਲ ਸਥਿਤੀਆਂ ਵਿੱਚ ਫੈਸਲਾ ਲੈਣ ਲਈ ਆਮ ਸੂਝ ਕੰਮ ਕਰਦੀ ਹੈ। ਉਦਾਹਰਣ ਵਜੋਂ, ਵਿਦਿਆਰਥੀਓ, ਇੱਕ ਸਵਾਲ ਦਾ ਜਵਾਬ ਦੇ ਕੇ ਦੇਖੋ ਕਿ ਇੱਕ ਆਦਮੀ ਘਰ ਤੋਂ ਬਾਹਰ ਸੀ ਅਤੇ ਲਗਾਤਾਰ ਮੀਂਹ ਵਿੱਚ ਭਿੱਜ ਰਿਹਾ ਸੀ। ਮੀਂਹ ਪੈਣ ਨਾਲ ਉਸ ਦਾ ਸਾਰਾ ਸਰੀਰ ਗਿੱਲਾ ਹੋ ਗਿਆ ਸੀ। ਉਸ ਦਾ ਸਿਰ ਬਿਲਕੁਲ ਨੰਗਾ ਸੀ ਅਤੇ ਸਿਰ ਉੱਤੇ ਕੋਈ ਪੱਗ, ਸਾਫਾ ਜਾਂ ਟੋਪੀ ਅਜਿਹਾ ਕੁਝ ਵੀ ਨਹੀਂ ਸੀ ਜਿਸ ਨਾਲ ਉਹ ਆਪਣਾ ਸਿਰ ਗਿੱਲਾ ਹੋਣ ਤੋਂ ਬਚਾ ਸਕੇ, ਪਰੰਤੂ ਉਸ ਨੂੰ ਇੱਕ ਹੀ ਵਾਲ ਸਿਰ ਦਾ ਵਾਲ ਗਿੱਲਾ ਨਹੀਂ ਹੋਇਆ। ਇਹ ਕਿਵੇਂ ਸੰਭਵ ਹੋ ਸਕਦਾ ਹੈ? ਇਸ ਦਾ ਉੱਤਰ ਹੈ, ਇਸ ਪ੍ਰਸ਼ਨ ਦਾ ਉੱਤਰ ਉਸ ਆਦਮੀ ਦੇ ਸਿਰ ਉੱਤੇ ਕੋਈ ਵਾਲ ਹੀ ਨਹੀਂ ਸੀ, ਉਹ ਪੂਰੀ ਤਰ੍ਹਾਂ ਗੰਜਾ ਸੀ। ਅਜਿਹੇ ਕਈ ਪ੍ਰਸ਼ਨ ਸਾਡੇ ਰੋਜ਼ਾਨਾ ਜੀਵਨ ਵਿੱਚ ਸਾਡੇ ਸਾਹਮਣੇ ਆ ਸਕਦੇ ਹਨ ਤੇ ਅਸੀਂ ਆਪਣੀ ਸਮਝ ਨਾਲ ਇਹਨਾਂ ਦੇ ਉੱਤਰ ਦੇ ਸਕਦੇ ਹਾਂ। ਪਿਆਰੇ ਬੱਚਿਓ, ਹੁਣ ਅਸੀਂ ਪਾਠ ਆਧਾਰਿਤ ਪ੍ਰਸ਼ਨ ਉੱਤਰ ਦੇਖਾਂਗੇ, ਜਿਸ ਦੇ ਵਿੱਚ ਪੇਜ ਨੰਬਰ 54 ਉੱਪਰ ਗਤੀਵਿਧੀ ਹੈ। ਇਸ ਚਿੱਤਰ ਕਹਾਣੀ ਵੱਲ ਧਿਆਨ ਦੇਵੋ। ਇੱਕ ਕਾਟੋ ਸੜਕ ਤੋਂ ਲੰਘਣ ਲੱਗੀ, ਅੱਧ ਵਿੱਚੋਂ ਪਿੱਛੇ ਮੁੜ ਗਈ। ਫਿਰ ਉਸਨੂੰ ਲੱਗਿਆ ਕਿ ਸਾਹਮਣਿਓਂ ਆ ਰਹੀ ਕਾਰ ਕੋਲੋਂ ਬਚ ਕੇ ਉਹ ਪਹਿਲਾਂ ਨਿਕਲ ਜਾਵੇਗੀ। ਫਿਰ ਅੱਗੇ ਵਧੀ। ਪਿੱਛੇ ਮੁੜਨ ਦੇ ਖਿਆਲ ਨਾਲ ਜਦ ਪਿੱਛੇ ਗਈ ਤਾਂ ਪਿਛਲੇ ਪਾਸਿਓਂ ਬੱਸ ਆ ਰਹੀ ਸੀ। ਉਹ ਫਿਰ ਅੱਗੇ ਵਧੀ ਤੇ ਕਾਰ ਦੇ ਟਾਇਰ ਹੇਠਾਂ ਆ ਕੇ ਮਰ ਗਈ। ਦੁਬਿਧਾ ਕਾਰਨ ਉਹ ਉਸ ਸਮੇਂ ਸਹੀ ਫੈਸਲਾ ਨਾ ਲੈ ਸਕੀ। ਤੁਸੀਂ ਸਹੀ ਉੱਤਰ ਚੁਣਨਾ ਹੈ। ਕਾਟੋ ਦੀ ਮੌਤ ਦਾ ਕਾਰਨ ਡੈਸ਼ ਸੀ। ਇਸ ਦਾ ਉੱਤਰ ਹੈ ਦੁਬਿਧਾ। ਸੈਕੰਡ ਹੈ, ਕਾਟੋ ਬਚ ਸਕਦੀ ਸੀ ਜੇਕਰ ਉਹ ਡੈਸ਼ ਸਮੇਂ ਡੈਸ਼ ਤੇ ਡੈਸ਼ ਫੈਸਲਾ ਲੈ ਲੈਂਦੀ। ਇਸ ਦਾ ਉੱਤਰ ਹੈ ਸਹੀ ਸਮੇਂ ਤੇ ਸਹੀ ਫੈਸਲਾ। ਪਿਆਰੇ ਬੱਚਿਓ, ਜਮਾਤ ਵਿੱਚ ਚਰਚਾ ਕਰਕੇ ਅੱਗੇ ਦਿੱਤੀਆਂ ਸਥਿਤੀਆਂ ਵਿੱਚੋਂ ਜੋ ਵੱਧ ਸਹੀ ਫੈਸਲਾ ਸਮੇਂ ਸੇ ਆਵੇ ਉਸ ਨੂੰ ਲਿਖੋ। ਸਥਿਤੀ ਨੰਬਰ 1, ਊੜਾ ਅਤੇ ਐੜਾ ਦੋਵੇਂ ਹੀ ਕਰੀਬੀ ਦੋਸਤ ਹਨ, ਪਰ ਉਹ ਆਪਸ ਵਿੱਚ ਲੜ ਪਏ ਹਨ। ਊੜੇ ਨੇ ਕਿਹਾ ਕਿ ਤੁਸੀਂ ਐੜੇ ਨੂੰ ਨਾ ਬੁਲਾਓ ਅਤੇ ਐੜੇ ਨੇ ਤੁਹਾਨੂੰ ਊੜੇ ਨੂੰ ਬੁਲਾਉਣ ਲਈ ਮਨਾ ਕੀਤਾ ਹੈ। ਤੁਸੀਂ ਕੀ ਕਰੋਗੇ? ਇਸ ਦਾ ਉੱਤਰ ਹੈ, ਮੈਂ ਦੋਹਾਂ ਨਾਲ ਬਿਠਾ ਕੇ ਉਹਨਾਂ ਦੀ ਗੱਲ ਸੁਣਾਂਗਾ ਅਤੇ ਉਹਨਾਂ ਵਿੱਚ ਪੈਦਾ ਹੋਈਆਂ ਗਲਤਫਹਿਮੀਆਂ ਨੂੰ ਦੂਰ ਕਰਕੇ ਉਹਨਾਂ ਨੂੰ ਦੁਬਾਰਾ ਦੋਸਤ ਬਣਾ ਦੇਵਾਂਗਾ। ਪਿਆਰੇ ਬੱਚਿਓ, ਸਾਡੀ ਸਥਿਤੀ ਨੰਬਰ 2 ਹੈ, ਭਲਕੇ ਤੁਹਾਡੀ ਕਲਾਸ ਵਿੱਚ ਗਣਿਤ ਵਿਸ਼ੇ ਦਾ ਟੈਸਟ ਹੋਣਾ ਹੈ। ਤੁਸੀਂ ਗਣਿਤ ਵਿਸ਼ੇ ਵਿੱਚ ਬਹੁਤ ਹੁਸ਼ਿਆਰ ਹੋ, ਪਰ ਤੁਹਾਡੇ ਸਾਥੀ ਟੈਸਟ ਨਾ ਦੇਣ ਦਾ ਫੈਸਲਾ ਕਰ ਚੁੱਕੇ ਹਨ। ਤੁਸੀਂ ਕੀ ਕਰੋਗੇ? ਇਸ ਦਾ ਉੱਤਰ ਹੈ, ਮੈਂ ਉਹਨਾਂ ਨੂੰ ਸਮਝਾਵਾਂਗਾ ਕਿ ਟੈਸਟ ਤਾਂ ਦੇਣਾ ਹੀ ਚਾਹੀਦਾ ਹੈ, ਚਾਹੇ ਨੰਬਰ ਘੱਟ ਆ ਜਾਣ, ਪਰ ਕੁਝ ਨਵਾਂ ਸਿੱਖਣ ਨੂੰ ਮਿਲੇਗਾ। ਮੈਂ ਉਹਨਾਂ ਨੂੰ ਸਮਝਾਉਂਗਾ ਕਿ ਹਾਲਾਤਾਂ ਤੋਂ ਭੱਜਣਾ ਕੋਈ ਸਮਝਦਾਰੀ ਨਹੀਂ ਹੈ, ਬਲਕਿ ਹਾਲਾਤਾਂ ਦਾ ਡਟ ਕੇ ਮੁਕਾਬਲਾ ਕਰਨਾ ਹੀ ਬਹਾਦੁਰੀ ਹੈ। ਪਿਆਰੇ ਬੱਚਿਓ, ਪੇਜ ਨੰਬਰ 52 ਉੱਪਰ ਪਿਆਰੇ ਵਿਦਿਆਰਥੀਓ, ਹੁਣ ਆਪਾਂ ਆਪਣੇ ਆਪ ਬਾਰੇ ਲੱਭਣਾ ਹੈ ਕਿ ਉਹ ਅਵੀ ਕਿਸ ਕੰਮ ਵਿੱਚ ਜ਼ਿਆਦਾ ਸਫਲ ਹੋ ਸਕਦਾ ਹੈ। ਤੁਹਾਨੂੰ ਅਵੀ ਲਈ ਜੋ ਕੰਮ ਵੱਧ ਠੀਕ ਲੱਗਦਾ ਹੈ, ਉਸ ਅਨੁਸਾਰ ਅਵੀ ਨੂੰ ਉਸਦੇ ਕੰਮ ਦੇ ਬਾਕੀਆਂ ਨਾਲੋਂ ਵੱਧ ਅੰਕ ਦਿਓ। ਹਰੇਕ ਕੰਮ ਲਈ ਅਸੀਂ ਅਵੀ ਨੂੰ 5 ਅੰਕ ਦੇਵਾਂਗੇ। ਪਿਆਰੇ ਬੱਚਿਓ, ਇਹ ਟੇਬਲ ਵਿਦਿਆਰਥੀ ਆਪਣੇ ਦੋਸਤ ਮਿੱਤਰ ਦੀ ਇੱਛਾ ਅਨੁਸਾਰ ਆਪ ਹੀ ਭਰਨਗੇ। ਤੁਸੀਂ ਇਸ ਟੇਬਲ ਨੂੰ ਆਪਣੀ ਇੱਛਾ ਦੇ ਅਨੁਸਾਰ ਭਰਨਾ ਹੈ। ਪਿਆਰੇ ਬੱਚਿਓ, ਹੁਣ ਅਸੀਂ ਆਪਣੇ ਪਾਠ ਨੰਬਰ 8 ਦੇ ਪ੍ਰਸ਼ਨ ਉੱਤਰ ਡਿਸਕਸ ਕਰਾਂਗੇ, ਜਿਸ ਦੇ ਵਿੱਚ ਭਾਗ 1 ਹੈ, ਅਜਿਹੇ ਆਪਣੇ ਡਰ ਲਿਖੋ ਜੋ ਤੁਹਾਨੂੰ ਸਾਰਾ ਦਿਨ ਪਰੇਸ਼ਾਨ ਕਰਦੇ ਹਨ। ਇਸ ਦਾ ਉੱਤਰ ਹੈ, ਸਭ ਤੋਂ ਪਹਿਲਾ ਡਰ ਤਾਂ ਇਹ ਹੈ ਕਿ ਕੋਈ ਅਣਹੋਣੀ ਨਾ ਹੋ ਜਾਵੇ। ਦੂਜਾ ਡਰ ਇਹ ਹੈ ਕਿ ਮੈਂ ਕਲਾਸ ਵਿੱਚ ਪਿੱਛੇ ਨਾ ਰਹਿ ਜਾਵਾਂ। ਮੈਂ ਹਮੇਸ਼ਾ ਕਲਾਸ ਵਿੱਚ ਪਹਿਲੇ ਸਥਾਨ ਉੱਤੇ ਆਉਂਦਾ ਹਾਂ ਅਤੇ ਮੈਨੂੰ ਇਸ ਗੱਲ ਦਾ ਡਰ ਲੱਗਿਆ ਰਹਿੰਦਾ ਹੈ ਕਿ ਕੋਈ ਮੇਰੇ ਤੋਂ ਅੱਗੇ ਨਾ ਲੰਘ ਜਾਵੇ, ਇਸ ਲਈ ਮੈਂ ਹਮੇਸ਼ਾ ਪਰੇਸ਼ਾਨ ਰਹਿੰਦਾ ਹਾਂ। ਮੈਨੂੰ ਤੀਸਰਾ ਡਰ ਇਹ ਹੈ ਕਿ ਮੈਨੂੰ ਹਮੇਸ਼ਾ ਲੱਗਿਆ ਰਹਿੰਦਾ ਹੈ ਕਿ ਮੇਰੇ ਮਾਲਕ ਮੇਰੇ ਤੋਂ ਕੰਮ ਤੋਂ ਨਾਰਾਜ਼ ਨਾ ਹੋ ਜਾਣ ਅਤੇ ਮੈਨੂੰ ਨੌਕਰੀ ਤੋਂ ਨਾ ਕੱਢ ਦੇਣ। ਇਸ ਤਰ੍ਹਾਂ ਹਰੇਕ ਵਿਅਕਤੀ ਨੂੰ ਕੋਈ ਨਾ ਕੋਈ ਡਰ ਛੁਪਿਆ ਹੁੰਦਾ ਹੈ ਜਿਹੜਾ ਉਸ ਨੂੰ ਹਮੇਸ਼ਾ ਪਰੇਸ਼ਾਨ ਕਰਦਾ ਹੈ। ਪਿਆਰੇ ਬੱਚਿਓ, ਭਾਗ 2 ਹੈ, 30 ਗੱਲ ਚੁਣੋ। ਪਹਿਲਾ ਹੈ, ਫੇਲ ਹੋਣ ਦਾ ਡਰ ਘਟਾਉਣ ਲਈ ਮਿਹਨਤ ਕਰ ਲਵੋ, ਡਰ ਹਟ ਜਾਵੇਗਾ। ਇਹ ਬਿਲਕੁਲ ਸਹੀ ਹੈ। ਦੂਸਰਾ ਹੈ, ਕਈ ਵਾਰ ਡਰ ਸਾਡੇ ਲਈ ਫਾਇਦੇਮੰਦ ਵੀ ਸਾਬਿਤ ਹੁੰਦੇ ਹਨ। ਇਹ ਬਿਲਕੁਲ ਸਹੀ ਹੈ। ਤੀਸਰਾ ਹੈ, ਜੰਗ ਵਿੱਚ ਜਦੋਂ ਫੌਜੀ ਇਹ ਮੰਨ ਲੈਂਦਾ ਹੈ ਕਿ ਦੇਸ਼ ਦੀ ਸੇਵਾ ਉਸ ਦੀ ਜਾਨ ਤੋਂ ਵੱਧ ਕੀਮਤੀ ਹੈ, ਫਿਰ ਉਹ ਜੰਗ ਵਿੱਚ ਮੌਤ ਤੋਂ ਨਹੀਂ ਡਰਦਾ। ਇਸ ਲਈ ਡਰ ਬਾਰੇ ਜਾਣ ਕੇ ਵੀ ਡਰ ਤੋਂ ਬਚਿਆ ਜਾ ਸਕਦਾ ਹੈ। ਇਹ ਬਿਲਕੁਲ ਸਹੀ ਹੈ। ਚੌਥਾ ਹੈ, ਡਰ ਤੇ ਕਾਬੂ ਪਾਉਣਾ ਔਖਾ ਹੈ। ਇਹ ਗਲਤ ਹੈ।
ਪੰਜਵਾਂ ਹੈ ਵੱਡੇ ਹੋ ਕੇ ਸਾਰੇ ਡਰ ਆਪੇ ਮੁੱਕ ਜਾਂਦੇ ਹਨ। ਇਹ ਵੀ ਗਲਤ ਹੈ। ਪਿਆਰੇ ਬੱਚਿਓ, ਹੁਣ ਅਸੀਂ ਅਭਿਆਸ ਨੰਬਰ 2 ਦੇ ਪ੍ਰਸ਼ਨ ਉੱਤਰ ਡਿਸਕਸ ਕਰਾਂਗੇ। ਸਾਡਾ ਪ੍ਰਸ਼ਨ ਨੰਬਰ 1 ਹੈ, ਇਕਾਗਰਤਾ ਦੀ ਸਾਡੇ ਜੀਵਨ ਵਿੱਚ ਕੀ ਮਹੱਤਤਾ ਹੈ? ਇਸ ਦਾ ਉੱਤਰ ਹੈ, ਇਕਾਗਰਤਾ ਦਾ ਅਰਥ ਹੈ ਪੂਰੀ ਤਰ੍ਹਾਂ ਧਿਆਨ ਕੇਂਦਰਿਤ ਹੋਣਾ। ਕਿਸੇ ਵੀ ਕੰਮ ਨੂੰ ਕਰਨ ਲਈ ਇਕਾਗਰਤਾ ਬਹੁਤ ਜ਼ਰੂਰੀ ਹੁੰਦੀ ਹੈ। ਚਾਹੇ ਪੜ੍ਹਾਈ ਕਰਨੀ ਹੋਵੇ, ਕੋਈ ਵਪਾਰ ਕਰਨਾ ਹੋਵੇ, ਕੋਈ ਖੋਜ ਕਰਨੀ ਹੋਵੇ ਜਾਂ ਕੁਝ ਵੀ ਕਰਨਾ ਹੋਵੇ, ਬਿਨਾਂ ਇਕਾਗਰਤਾ ਦੇ ਕੁਝ ਵੀ ਨਹੀਂ ਕਰ ਸਕਦੇ। ਹਰੇਕ ਕੰਮ ਨੂੰ ਕਰਨ ਲਈ ਇਕਾਗਰਤਾ ਦੀ ਲੋੜ ਤਾਂ ਹੁੰਦੀ ਹੀ ਹੈ, ਚਾਹੇ ਅਸੀਂ ਕੰਮ ਕਰੀਏ ਜਾਂ ਅਨੇਕਾਂ ਕੰਮ ਕਰੀਏ। ਜਦੋਂ ਤੁਸੀਂ ਕੰਮ ਵਿੱਚ ਇਕਾਗਰਤਾ ਨਹੀਂ ਦਿਖਾਓਗੇ ਤਾਂ ਕੰਮ ਵਿੱਚ ਸਫਲ ਨਹੀਂ ਕਰ ਸਕੋਗੇ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਕਾਗਰਤਾ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ। ਪਿਆਰੇ ਬੱਚਿਓ, ਸਾਡਾ ਦੂਸਰਾ ਪ੍ਰਸ਼ਨ ਹੈ, ਇਕਾਗਰਤਾ ਵਧਾਉਣ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ? ਇਸ ਦਾ ਉੱਤਰ ਹੈ, ਬਿਨਾਂ ਇਕਾਗਰਤਾ ਦੀ ਅਸੀਂ ਜੀਵਨ ਵਿੱਚ ਸਫਲ ਨਹੀਂ ਹੋ ਸਕਦੇ। ਇਸ ਲਈ ਸਾਨੂੰ ਕਸਰਤ ਕਰਨੀ ਚਾਹੀਦੀ ਹੈ। ਸਾਨੂੰ ਆਪਣੇ ਨਿਸ਼ਾਨੇ ਵੱਲ ਹੀ ਧਿਆਨ ਦੇਣਾ ਚਾਹੀਦਾ ਹੈ। ਹੋਰ ਲੋਕ ਕੀ ਕਰ ਸਕਦੇ ਹਨ, ਉਸ ਬਾਰੇ ਤਾਂ ਸੋਚਣਾ ਵੀ ਨਹੀਂ ਚਾਹੀਦਾ। ਹਰੇਕ ਕੰਮ ਵਿੱਚ ਮਹਾਰਤ ਅਭਿਆਸ ਨਾਲ ਹੀ ਹਾਸਲ ਕੀਤੀ ਜਾ ਸਕਦੀ ਹੈ। ਇਸ ਲਈ ਇਕਾਗਰਤਾ ਵੀ ਅਭਿਆਸ ਕਰਨ ਨਾਲ ਹਾਸਲ ਕੀਤੀ ਜਾ ਸਕਦੀ ਹੈ। ਪਿਆਰੇ ਬੱਚਿਓ, ਅੱਗੇ ਅਸੀਂ ਸਹੀ ਗੱਲ ਚੁਣਨੇ ਹਨ, ਜਿਸ ਦੇ ਵਿੱਚ ਪਹਿਲਾ ਹੈ, ਇਕਾਗਰਤਾ ਵਧਾਉਣ ਲਈ ਸੰਤੁਲਿਤ ਭੋਜਨ, ਸੈਰ, ਗਹਿਰੀ ਨੀਂਦ, ਧਿਆਨ ਲਗਾਉਣਾ ਆਦਿ ਬਹੁਤ ਜ਼ਰੂਰੀ ਹੈ। ਇਹ ਬਿਲਕੁਲ ਸਹੀ ਹੈ। ਦੂਸਰਾ ਹੈ, ਇਕਾਗਰਤਾ ਵਧਾਈ ਨਹੀਂ ਜਾ ਸਕਦੀ। ਇਹ ਬਿਲਕੁਲ ਗਲਤ ਹੈ। ਪਿਆਰੇ ਬੱਚਿਓ, ਹੁਣ ਸਾਡਾ ਪਾਠ ਨੰਬਰ 9 ਹੈ, ਪ੍ਰਭਾਵਸ਼ਾਲੀ ਸੰਸਾਰ, ਜਿਸ ਦੇ ਵਿੱਚ ਕਿਰਿਆ ਨੰਬਰ 1 ਹੈ, ਸਥਾਨ, ਜਮਾਤ ਦਾ ਕਮਰਾ, ਸਮੱਗਰੀ, ਇੱਕ ਪਾਣੀ ਦਾ ਅੱਧਾ ਭਰਿਆ ਗਲਾਸ। ਬੱਚਿਓ, ਆਪਣੀ ਵਰਕਸ਼ੀਟ ਤੇ ਇਸ ਗਲਾਸ ਬਾਰੇ ਇੱਕ ਵਾਕ ਲਿਖੋ। ਪ੍ਰਸ਼ਨ, ਕੀ ਤੁਸੀਂ ਇਹ ਲਿਖਿਆ ਹੈ ਕਿ ਪਾਣੀ ਦਾ ਗਲਾਸ ਅੱਧਾ ਖਾਲੀ ਹੈ? ਉੱਤਰ, ਨਹੀਂ, ਅਸੀਂ ਇਹ ਨਹੀਂ ਲਿਖਿਆ ਹੈ। ਨੰਬਰ 2, ਪਾਣੀ ਦਾ ਗਲਾਸ ਅੱਧਾ ਭਰਿਆ ਹੈ? ਜੀ ਹਾਂ, ਅਸੀਂ ਇਹ ਲਿਖਿਆ ਹੈ। ਨੰਬਰ 3, ਇਸ ਵਾਕ ਵਿੱਚ ਕੁਝ ਵੱਖਰਾ ਲਿਖਿਆ ਹੈ। ਇਸ ਦਾ ਉੱਤਰ ਹੈ ਨਹੀਂ। ਪਿਆਰੇ ਬੱਚਿਓ, ਸੋਚੋ ਅਤੇ ਦੱਸੋ। ਨੰਬਰ 1, ਤੁਹਾਡੇ ਸਹਿਪਾਠੀਆਂ ਵਿੱਚੋਂ ਤੁਹਾਨੂੰ ਸਭ ਤੋਂ ਪਿਆਰਾ ਦੋਸਤ ਕੌਣ ਹੈ? ਇਸ ਦਾ ਉੱਤਰ ਹੈ, ਮੇਰੇ ਸਾਰੇ ਸਹਿਪਾਠੀਆਂ ਵਿੱਚੋਂ ਰਿਤੇਸ਼ ਚੋਪੜਾ ਮੇਰਾ ਸਭ ਤੋਂ ਪਿਆਰਾ ਦੋਸਤ ਹੈ। ਨੰਬਰ 2, ਤੁਹਾਡਾ ਪਿਆਰਾ ਦੋਸਤ ਤੁਹਾਨੂੰ ਕਿਹੜੇ ਗੁਣਾਂ ਕਾਰਨ ਚੰਗਾ ਲੱਗਦਾ ਹੈ? ਇਸ ਦਾ ਉੱਤਰ ਹੈ, ਮੇਰੇ ਦੋਸਤ ਦਾ ਸੁਭਾਅ ਵਧੀਆ ਹੈ। ਉਹ ਸਾਰਿਆਂ ਨਾਲ ਮਿੱਠਾ ਬੋਲਦਾ ਹੈ, ਕਿਸੇ ਨਾਲ ਮਾੜੀ ਨਹੀਂ ਬੋਲਦਾ ਅਤੇ ਨਾ ਹੀ ਕਿਸੇ ਨਾਲ ਮਾੜਾ ਕਰਦਾ ਹੈ। ਹਰ ਕਿਸੇ ਨਾਲ ਮਿਲਵਰਤਨ ਨਾਲ ਰਹਿੰਦਾ ਹੈ ਅਤੇ ਜਦੋਂ ਜ਼ਰੂਰਤ ਹੋਵੇ ਤਾਂ ਮੇਰੇ ਨਾਲ ਖੜਾ ਹੁੰਦਾ ਹੈ। ਇਸ ਲਈ ਮੈਨੂੰ ਉਹ ਬਹੁਤ ਚੰਗਾ ਲੱਗਦਾ ਹੈ। ਪ੍ਰਸ਼ਨ ਨੰਬਰ 3, ਕੌਣ ਤੁਹਾਨੂੰ ਚੰਗਾ ਨਹੀਂ ਲੱਗਦਾ? ਇਸ ਦਾ ਉੱਤਰ ਹੈ, ਮੈਨੂੰ ਨੀਲ ਚੰਗਾ ਨਹੀਂ ਲੱਗਦਾ, ਕਿਉਂਕਿ ਬਿਨਾਂ ਮਤਲਬ ਦੀ ਸਾਰਿਆਂ ਦਾ ਉਹ ਮਜ਼ਾਕ ਉਡਾਉਂਦਾ ਰਹਿੰਦਾ ਹੈ। ਪਿਆਰੇ ਬੱਚਿਓ, ਪਾਠ ਆਧਾਰਿਤ ਪ੍ਰਸ਼ਨ ਉੱਤਰ ਹਨ। ਕਿਰਿਆ ਨੰਬਰ 1, ਇੰਟਰਵਿਊ ਜਮਾਤ ਦੇ ਸਾਹਮਣੇ ਹੋਵੇਗੀ। ਕੁਝ ਇਸ ਤਰ੍ਹਾਂ ਦਾ ਪ੍ਰਸ਼ਨ ਪੁੱਛੇ ਜਾਣਗੇ। ਪ੍ਰਸ਼ਨ ਨੰਬਰ 1, ਜੇ ਤੁਸੀਂ CR ਮੋਨੀਟਰ ਬਣ ਜਾਵੋ ਤਾਂ ਤੁਸੀਂ ਕੀ ਕਰੋਗੇ? ਇਸ ਦਾ ਉੱਤਰ ਹੈ, ਮੈਂ ਸਭ ਤੋਂ ਪਹਿਲਾਂ ਕਲਾਸ ਦੇ ਅਨੁਸ਼ਾਸਨ ਨੂੰ ਠੀਕ ਕਰਾਂਗਾ, ਕਿਉਂਕਿ ਮੈਨੂੰ ਪਤਾ ਹੈ ਕਿ ਕਈ ਬੱਚੇ ਕਲਾਸ ਦੇ ਅਨੁਸ਼ਾਸਨ ਨੂੰ ਖਰਾਬ ਕਰਦੇ ਹਨ। ਇਸ ਦੇ ਨਾਲ-ਨਾਲ ਮੈਂ ਕਲਾਸ ਦੀ ਸਫਾਈ ਦਾ ਧਿਆਨ ਰੱਖਾਂਗਾ ਕਿ ਕੋਈ ਵੀ ਵਿਦਿਆਰਥੀ ਕਲਾਸ ਨੂੰ ਗੰਦਾ ਨਾ ਕਰੇ ਅਤੇ ਕਲਾਸ ਨੂੰ ਸੁੰਦਰ ਬਣਾਉਣ ਲਈ ਹਰੇਕ ਵਿਦਿਆਰਥੀਆਂ ਦੀ ਮਦਦ ਕਰਾਂਗਾ ਅਤੇ ਵੱਖ-ਵੱਖ ਉਪਰਾਲੇ ਕਰਾਂਗਾ। ਪਿਆਰੇ ਬੱਚਿਓ, ਦੂਸਰਾ ਪ੍ਰਸ਼ਨ ਹੈ, ਤੁਸੀਂ ਆਪਣੇ ਆਪ ਵਿੱਚ ਕੀ ਸੁਧਾਰ ਲਿਆਓਗੇ? ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਅਨੁਸ਼ਾਸਨ ਵਿੱਚ ਲਿਆਵਾਂਗਾ ਤਾਂ ਕਿ ਹੋਰ ਬੱਚੇ ਮੇਰੇ ਤੋਂ ਸਿੱਖਿਆ ਲੈ ਸਕਣ। ਜੇਕਰ ਕਲਾਸ ਦਾ ਮੋਨੀਟਰ ਹੀ ਅਨੁਸ਼ਾਸਨ ਵਿੱਚ ਨਹੀਂ ਰਹੇਗਾ ਤਾਂ ਬਾਕੀ ਬੱਚੇ ਕੀ ਅਨੁਸ਼ਾਸਨ ਵਿੱਚ ਰਹਿਣਗੇ? ਇਸ ਦੇ ਨਾਲ ਹੀ ਮੈਂ ਆਪਣੀ ਪੜ੍ਹਾਈ ਨੂੰ ਵਧੀਆ ਤਰੀਕੇ ਨਾਲ ਕਰਾਂਗਾ ਤਾਂ ਕਿ ਮੈਂ ਆਪਣੇ ਸਕੂਲ ਦਾ ਨਾਮ ਰੋਸ਼ਨ ਕਰ ਸਕਾਂ। ਪਿਆਰੇ ਬੱਚਿਓ, ਪ੍ਰਸ਼ਨ ਨੰਬਰ 3 ਹੈ, ਜਮਾਤ ਨੂੰ ਕਿਵੇਂ ਬਿਹਤਰ ਬਣਾਉਂਗੇ? ਇਸ ਦਾ ਉੱਤਰ ਹੈ, ਬੱਚਿਆਂ ਨੂੰ ਅਨੁਸ਼ਾਸਨ ਵਿੱਚ ਰਹਿਣ ਵਾਸਤੇ ਵਾਰ-ਵਾਰ ਕਹਾਂਗਾ। ਉਹਨਾਂ ਨੂੰ ਕਲਾਸ ਦੀ ਸਫਾਈ ਰੱਖਣ ਦੇ ਲਾਭ ਦੱਸਾਂਗਾ ਅਤੇ ਸਫਾਈ ਨਾ ਕਰਨ ਦੇ ਨੁਕਸਾਨ ਦੱਸਾਂਗਾ। ਬੱਚਿਆਂ ਨੂੰ ਲਗਾਤਾਰ ਵਧੀਆ ਨਤੀਜੇ ਲਿਆਉਣ ਦੇ ਲਈ ਪ੍ਰੇਰਿਤ ਕਰਾਂਗਾ। ਆਓ ਹੁਣ ਅਸੀਂ ਪਾਠ ਨੰਬਰ 10, ਤਣਾਅ ਨੂੰ ਨਜਿੱਠਣਾ ਦੇ ਪ੍ਰਸ਼ਨ ਉੱਤਰ ਕਰਦੇ ਹਾਂ। ਪਿਆਰੀ ਬੱਚਿਓ, ਅਭਿਆਸ ਦਾ ਪਹਿਲਾ ਪ੍ਰਸ਼ਨ ਹੈ,
ਕਿ ਸਾਡੇ ਲਈ ਤਣਾਅ ਉਪਯੋਗੀ ਵੀ ਹੋ ਸਕਦਾ ਹੈ? ਇਸ ਦਾ ਉੱਤਰ ਹੈ, ਵੈਸੇ ਤਾਂ ਇਹ ਕਿਹਾ ਜਾਂਦਾ ਹੈ ਕਿ ਤਣਾਅ ਸਾਡੇ ਲਈ ਨੁਕਸਾਨਦਾਇਕ ਹੁੰਦਾ ਹੈ, ਪਰ ਕਈ ਵਾਰੀ ਇਹ ਉਪਯੋਗੀ ਵੀ ਹੋ ਸਕਦਾ ਹੈ। ਤਣਾਅ ਸਾਨੂੰ ਹਾਲਾਤਾਂ ਨਾਲ ਲੜਨਾ ਸਿਖਾਉਂਦਾ ਹੈ, ਸਾਡੇ ਵਿੱਚ ਕੰਮ ਕਰਨ ਦੀ ਸ਼ਕਤੀ ਵਧਾਉਂਦਾ ਹੈ ਅਤੇ ਸਾਡੇ ਸਵੈ-ਮਾਣ ਨੂੰ ਵਧਾਉਂਦਾ ਹੈ। ਇਸ ਤਰ੍ਹਾਂ ਤਣਾਅ ਦਾ ਅਣਉਪਯੋਗੀ ਨਹੀਂ ਬਲਕਿ ਉਪਯੋਗੀ ਪੱਖ ਵੀ ਹੁੰਦਾ ਹੈ। ਬੱਚਿਓ, ਪ੍ਰਸ਼ਨ ਨੰਬਰ 2 ਹੈ, ਜਦੋਂ ਤੁਸੀਂ ਤਣਾਅਗ੍ਰਸਤ ਹੁੰਦੇ ਹੋ ਤਾਂ ਸਰੀਰ ਦੇ ਬਾਹਰੀ ਅਤੇ ਅੰਦਰੂਨੀ ਹਿੱਸੇ ਵਿੱਚ ਕੀ ਤਬਦੀਲੀਆਂ ਮਹਿਸੂਸ ਕਰਦੇ ਹੋ? ਇਸ ਦਾ ਉੱਤਰ ਹੈ, ਅੰਦਰੂਨੀ ਪੱਖ ਤੋਂ ਤਣਾਅ ਦਾ ਸਰੀਰ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ। ਵਿਅਕਤੀ ਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ, ਦਿਲ ਦੀ ਬਿਮਾਰੀ ਲੱਗ ਜਾਂਦੀ ਹੈ, ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ, ਸਾਹ ਦੀ ਤਕਲੀਫ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਦੇ ਨਾਲ-ਨਾਲ ਬਿਮਾਰੀਆਂ ਦੇ ਨਾਲ ਲੜਨ ਦੀ ਸਰੀਰਕ ਸ਼ਕਤੀ ਵੀ ਖਤਮ ਹੋ ਜਾਂਦੀ ਹੈ। ਬਾਹਰੀ ਪੱਖ ਤੋਂ ਵੀ ਸਰੀਰ ਵਿੱਚ ਕਈ ਪਰਿਵਰਤਨ ਆਉਂਦੇ ਹਨ। ਵਿਅਕਤੀ ਮੋਟਾ ਹੋਣਾ ਸ਼ੁਰੂ ਹੋ ਜਾਂਦਾ ਹੈ, ਵਾਲ ਝੜਨ ਲੱਗ ਜਾਂਦੇ ਹਨ, ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ। ਵਿਅਕਤੀ ਸਰੀਰਕ ਅਤੇ ਮਾਨਸਿਕ ਰੂਪ ਨਾਲ ਬਿਮਾਰ ਹੋ ਜਾਂਦਾ ਹੈ, ਜਿਸ ਦਾ ਅਸਰ ਉਸਦੇ ਚਿਹਰੇ ਉੱਪਰ ਸਾਫ਼ ਦਿਸਦਾ ਹੈ। ਸਾਡਾ ਤੀਸਰਾ ਪ੍ਰਸ਼ਨ ਹੈ, ਤਣਾਅਗ੍ਰਸਤ ਵਿਅਕਤੀ ਦਾ ਚਿਹਰਾ ਕਿਹੋ ਜਿਹਾ ਹੁੰਦਾ ਹੈ? ਇਸ ਦਾ ਉੱਤਰ ਹੈ, ਤਣਾਅਗ੍ਰਸਤ ਵਿਅਕਤੀ ਦਾ ਚਿਹਰਾ ਮੁਰਝਾ ਜਾਂਦਾ ਹੈ। ਉਹ ਹਮੇਸ਼ਾ ਹੀ ਬਿਮਾਰ ਦਿਖਣ ਲੱਗ ਜਾਂਦਾ ਹੈ ਅਤੇ ਉਸਦੇ ਮੱਥੇ ਤੇ ਚਿੰਤਾਵਾਂ ਦੇ ਭਾਵ ਰਹਿੰਦੇ ਹਨ। ਸਾਡਾ ਚੌਥਾ ਪ੍ਰਸ਼ਨ ਹੈ, ਤੁਹਾਡੇ ਲਈ ਕਿਹੜੀਆਂ ਗੱਲਾਂ ਤਣਾਅ ਦੇਣ ਵਾਲੀਆਂ ਹਨ? ਇਸ ਦਾ ਉੱਤਰ ਹੈ, ਵਿਦਿਆਰਥੀ ਦੇ ਰੂਪ ਵਿੱਚ ਦੇਖੀਏ ਤਾਂ ਫੇਲ ਹੋਣ ਦੀ ਚਿੰਤਾ, ਨੰਬਰ ਘੱਟ ਆਉਣ ਦੀ ਚਿੰਤਾ, ਪਿੱਛੇ ਰਹਿਣ ਦੀ ਚਿੰਤਾ ਆਦਿ ਤਣਾਅ ਦੇਣ ਦੇ ਕਾਰਨ ਹਨ। ਪਿਤਾ ਜਾਂ ਪਤੀ ਦੇ ਰੂਪ ਵਿੱਚ ਨੌਕਰੀ ਜਾਂ ਵਪਾਰ ਦੀ ਚਿੰਤਾ, ਪੈਸੇ ਦੀ ਚਿੰਤਾ, ਕਮਾਈ ਜਾਂ ਖਰਚੇ ਦੀ ਚਿੰਤਾ, ਪਰਿਵਾਰ ਦੀ ਚਿੰਤਾ, ਬੱਚਿਆਂ ਦੇ ਸੈੱਟ ਹੋਣ ਦੀ ਚਿੰਤਾ ਤਣਾਅ ਦੇ ਕਾਰਨ ਹਨ। ਇਸ ਤਰ੍ਹਾਂ ਵੱਖ-ਵੱਖ ਸਥਿਤੀਆਂ ਵਿੱਚ ਤਣਾਅ ਦੇਣ ਵਾਲੀਆਂ ਗੱਲਾਂ ਵੱਖ-ਵੱਖ ਹੁੰਦੀਆਂ ਹਨ। ਪਿਆਰੇ ਬੱਚਿਓ, ਇਸ ਵੀਡੀਓ ਦੇ ਵਿੱਚ ਅਸੀਂ 10ਵੀਂ ਕਲਾਸ ਦੇ ਸਵਾਗਤ ਜ਼ਿੰਦਗੀ ਵਿਸ਼ੇ ਦੇ ਸਾਰੇ ਹੀ ਪਾਠ ਡਿਸਕਸ ਕੀਤੇ ਹਨ ਅਤੇ ਉਹਨਾਂ ਦੇ ਪ੍ਰਸ਼ਨ ਉੱਤਰ ਸੋਲਵ ਕੀਤੇ ਹਨ। ਇਹ ਵੀਡੀਓ ਤੁਹਾਨੂੰ ਪੇਪਰਾਂ ਦੀ ਤਿਆਰੀ ਕਰਨ ਦੇ ਲਈ ਬਹੁਤ ਹੀ ਇੰਪੋਰਟੈਂਟ ਹੈ। ਮੈਨੂੰ ਉਮੀਦ ਹੈ ਕਿ ਆਪ ਸਭ ਨੂੰ ਇਹ ਵਾਲੇ ਪ੍ਰਸ਼ਨ ਉੱਤਰ ਜ਼ਰੂਰ ਸਮਝ ਵਿੱਚ ਆ ਗਏ ਹੋਣਗੇ। ਹੋਰ ਵਧੇਰੇ ਵੀਡੀਓਜ਼ ਦੇ ਲਈ ਇਸ ਚੈਨਲ ਨੂੰ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ